हाँ जी, सत श्री अकाल, नमस्कार। मैं कृष्ण कमल फोटोग्राफर जगरावां वाला। मैं अपने आप ਨੂੰ ਜ਼ਿੰਦਗੀ ਦੇ ਜਿੱਥੇ ਵੀ ਮੈਂ ਗਿਆ ਲਾਈਫ ਦੇ ਵਿੱਚ ਮੈਂ ਆਪਣੇ ਆਪ ਨੂੰ ਜਗਰਾਵਾਂ ਵਾਲਾ ਹੀ ਕਹਿਣਾ। ਬੰਬੇ ਮੇਰੀ ਜ਼ਿੰਦਗੀ ਦੇ 12-13 ਸਾਲ ਮੇਰੇ ਬੰਬੇ ਗੁਜ਼ਾਰੇ ਨੇ ਮੈਂ, ਔਰ ਬੰਬੇ ਵੀ ਮੈਨੂੰ ਜਗਰਾਵਾਂ ਵਾਲਾ ਹੀ ਕਹਿੰਦੇ ਸੀਗੇ। ਕ੍ਰਿਸ਼ਨ ਜਗਰਾਵਾਂ ਵਾਲਾ, ਕਮਲ ਜਗਰਾਵਾਂ ਵਾਲਾ। ਲੋਕ ਸਾਰੇ ਲਿਖਦੇ ਨੇ ਜਗਰਾਵਾਂ ਠੰਡੀਆਂ ਛਾਵਾਂ, ਮੈਂ ਲਿਖਦਾ ਮੇਰੀਆਂ ਜਗਰਾਵਾਂ ਠੰਡੀਆਂ ਛਾਵਾਂ। ਸੋ ਦੋਸਤੋ ਦਾ ਰੀਜ਼ਨ ਹੈ ਕਿ ਮੈਨੂੰ ਜਗਰਾਉਂ ਨਾਲ ਸ਼ਿੱਦਤ ਦੇ ਨਾਲ ਮੈਂ ਬਹੁਤ ਦਿਲੋਂ ਪਿਆਰ ਕਰਦਾ, ਔਰ ਜਿੱਥੇ ਵੀ ਜਗਰਾਉਂ ਦਾ ਜ਼ਿਕਰ ਹੁੰਦਾ ਤਾਂ ਚਾਹੇ ਮੈਂ ਜਰਮਨੀ ਰਿਹਾ, ਚਾਹੇ ਕੈਨੇਡਾ, ਚਾਹੇ ਅਮਰੀਕਾ, ਕਿਤੇ ਵੀ ਰਿਹਾ ਜ਼ਿੰਦਗੀ 'ਚ ਰਿਹਾ, ਜਿੱਥੇ ਜਗਰਾਉਂ ਦਾ ਜ਼ਿਕਰ ਆਉਂਦਾ ਥੋੜ੍ਹਾ ਜਿਹਾ ਚੁੱਪ ਵੱਟ ਕੇ ਅੱਖਾਂ ਦੇ ਵਿੱਚ ਜ਼ਰਾ ਅੱਖਾਂ ਨਮ ਹੋ ਜਾਂਦੀਆਂ। ਆਈ ਡੋਂਟ ਨੋ ਜਗਰਾਉਂ 'ਚ ਕੀ ਕਸ਼ਿਸ਼ ਹੈ ਕਿ ਜਿੱਥੇ ਜਗਰਾਉਂ ਦਾ ਜ਼ਿਕਰ ਹੁੰਦਾ ਦਿਲ ਕਰਦਾ ਭੱਜ ਕੇ ਮੈਂ ਜਗਰਾਉਂ ਚਲੇ ਜਾਵਾਂ। ਸਾਡੇ ਜਗਰਾਉਂ ਦੇ ਵਿੱਚ ਕਿਉਂਕਿ ਮੇਰਾ ਜਨਮ ਜਿਹੜਾ 48 ਦਾ ਹੈ, ਪਾਰਟੀਸ਼ਨ ਤੋਂ ਬਾਅਦ ਦਾ, ਅਤੇ ਮੈਂ ਜਗਰਾਉਂ ਦਾ ਬਚਪਨ ਸਾਰਾ ਜਗਰਾਉਂ ਗੁਜ਼ਾਰਿਆ। ਈਵਨ ਜਵਾਨੀ ਮੇਰੀ ਜਗਰਾਉਂ 'ਚ ਹੀ ਆਈ, ਔਰ ਮੇਰੀ ਮੈਰਿਜ ਵੀ ਜਗਰਾਉਂ ਦੇ ਵਿੱਚ ਹੀ ਹੋਈ। ਮੇਰੀ ਵਾਈਫ ਕਮਲਜੀਤ ਕੌਰ, ਔਰ ਮੇਰੇ 2 ਬੱਚੇ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਕਿਮੀ ਵਰਮਾ ਅਤੇ ਨਾਲ ਮੇਰਾ ਬੇਟਾ ਕਰਨਵੀਰ ਸਿੰਘ। ਕਮਲ ਲਿਖਦਾ ਉਹ ਆਪਣੇ ਆਪ ਨੂੰ ਨਾਲ, ਜਿਸ ਤਰ੍ਹਾਂ ਮੈਂ ਕਮਲ ਲਿਖਦਾ ਕਿਉਂਕਿ ਇਹ ਮੇਰੀ ਵਾਈਫ ਦਾ ਨਾਮ। ਅਸੀਂ ਸਾਰੀ ਫੈਮਿਲੀ ਕਮਲ ਲਿਖਦੀ ਹੈ, ਪਰ ਕਿਮੀ ਵਰਮਾ ਲਿਖਦੀ ਹੈ। ਮੈਂ ਜਗਰਾਉਂ ਦਾ ਜ਼ਿਕਰ ਇਹ ਕਰਾਂਗੇ। ਜਗਰਾਉਂ ਦੇ ਵਿੱਚ ਖਾਸ ਜਿਹੜੀ ਜਗਰਾਉਂ ਮਸ਼ਹੂਰ ਹੈ, ਉਹ ਸਾਰਿਆਂ ਨੇ ਜ਼ਿਕਰ ਕੀਤਾ ਹੋਣਾ ਕਿ ਰੋਸ਼ਨੀ ਦਾ ਮੇਲਾ। ਬਹੁਤ ਹੀ ਵਧੀਆ ਸਾਡੇ ਜਗਰਾਉਂ ਰੋਸ਼ਨੀ ਦਾ ਮੇਲਾ ਹੁਣ ਵੀ ਲੱਗਦਾ ਹੈ। ਵਿੱਚ ਦੀ ਆਲਮੋਸਟ ਬੰਦ ਹੋ ਗਿਆ ਸੀ, ਲੇਕਿਨ ਫਿਰ ਦੁਬਾਰਾ ਸ਼ੁਰੂ ਹੋਇਆ। ਉਹਦੇ ਨਾਲ ਜਗਰਾਉਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਜਗਰਾਉਂ ਦੀ ਹੈ ਉਹ ਲਾਲਾ ਜੀ ਦੀ ਹੈ, ਲਾਲਾ ਲਾਜਪਤ ਰਾਏ ਜੀ, ਜਿਹੜੇ ਕਿ ਫਰੀडम ਫਾਈਟਰ ਸੀ। ਉਹਨਾਂ ਬਾਰੇ ਤੁਸੀਂ ਕਦੀ ਉਹਨਾਂ ਦੀ ਡਾਕੂਮੈਂਟਰੀ ਦੇਖੋ। ਸੋ ਜਗਰਾਉਂ ਬਾਰੇ ਤਾਂ ਸਿਰਫ ਮੈਂ ਮੇਰੇ ਤਾਰਾ ਸਿੰਘ ਆਲਮ, ਡਾਕਟਰ ਤਾਰਾ ਸਿੰਘ ਆਲਮ, ਜਿਹੜੇ ਕਿ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਨੇ, ਅਤੇ ਉਹ ਮੇਰੇ ਬਚਪਨ ਤੋਂ ਹੀ ਦੋਸਤ ਨੇ। ਅਤੇ ਮੈਂ ਉਹਨਾਂ ਨੂੰ ਜਦੋਂ ਵੀ ਦੇਖਦਾ ਸੀ, ਮੈਨੂੰ ਇੰਨੇ ਸੋਹਣੇ ਸਰਦਾਰ ਜੀ, ਬਹੁਤ ਹੀ ਖੂਬਸੂਰਤ ਸਾਡੇ ਦੋਸਤ ਨੇ। ਅਤੇ ਬਾਕੀ ਜਗਰਾਉਂ ਦੇ ਵਿੱਚ ਤਾਂ ਨਾਂ ਲਈਏ ਤਾਂ ਅਣਗਿਣਤ ਵਿਦਵਾਨ ਲੋਕ ਨੇ ਜਗਰਾਉਂ ਦੇ ਵਿੱਚ, ਆਰਟਿਸਟ ਨੇ, ਚਿੱਤਰਕਾਰ ਨੇ, ਰਾਈਟਰ ਨੇ, ਬਹੁਤ ਕੁਝ ਜਗਰਾਉਂ ਨੇ ਦਿੱਤਾ। ਜਗਰਾਉਂ 'ਚ ਬਹੁਤ ਕੁਛ ਹੈ, ਲੇਕਿਨ ਇਹ ਗੱਲ ਜ਼ਰੂਰ ਹੈ ਕਿ ਜਗਰਾਉਂ ਵਰਗਾ ਸ਼ਹਿਰ ਮੈਂ ਆਪਣੀ ਜ਼ਿੰਦਗੀ 'ਚ ਕਿਤੇ ਵੀ ਨਹੀਂ ਦੇਖਿਆ। ਸਭ ਤੋਂ ਖੂਬਸੂਰਤ, ਸਭ ਤੋਂ ਵਧੀਆ ਮੈਨੂੰ ਜਗਰਾਉਂ ਹੀ ਲੱਗਦਾ। ਇੱਕ ਕਹਾਵਤ ਹੈ ਨਾ, ਕਹਿੰਦੇ ਜਿਹਨੇ ਲਾਹੌਰ ਨਹੀਂ ਵੇਖਿਆ ਉਹਨੇ ਕੁਛ ਨਹੀਂ ਵੇਖਿਆ, ਔਰ ਮੈਂ ਉਹਨਾਂ ਨੂੰ ਪਲਟ ਕੇ ਕਹਿੰਦਾ ਨਾ ਨਾ ਨਾ, ਸਾਡਾ ਜਗਰਾਉਂ ਨੇ ਜਿਹਨੇ ਦੇਖਿਆ ਉਹਨੇ ਕੁਛ ਵੀ ਨਹੀਂ ਵੇਖਿਆ। ਸੋ ਜਗਰਾਉਂ ਠੰਡੀਆਂ ਛਾਵਾਂ, ਮੋਗਾ ਚਾਹ ਜੋਗਾ, ਲੁਧਿਆਣੇ ਲੋ ਵਗਦੀ, ਕਹਿੰਦੇ ਉੱਥੇ ਡਰਦੀ ਪਿਆਰ ਨਾ ਪਾਵਾਂ। ਸੋ ਸਾਡੇ ਜਗਰਾਵਾਂ ਸਭ ਤੋਂ ਵਧੀਆ। ਸਾਰੇ ਮੇਰੇ ਦੋਸਤ ਮਿੱਤਰ ਸਾਰੇ ਜਗਰਾਵਾਂ 'ਚ ਨੇ। ਜਗਰਾਵਾਂ ਠੰਡੀਆਂ ਛਾਵਾਂ, ਅਜੀਤ ਪਿਆਸੇ ਲਿਖਿਆ ਏ ਅਫਸਾਨਾ। ਜਗਰਾਵਾਂ ਠੰਡੀਆਂ ਛਾਵਾਂ, ਅਜੀਤ ਪਿਆਸੇ ਲਿਖਿਆ ਏ ਅਫਸਾਨਾ। 24 ਫਰਵਰੀ ਰੋਸ਼ਨੀ ਮੇਲਾ, 24 ਫਰਵਰੀ ਰੋਸ਼ਨੀ ਮੇਲਾ ਲੱਗਦਾ ਇੱਥੇ ਸਾਲਾਨਾ। ਜਗਰਾਵਾਂ ਠੰਡੀਆਂ ਛਾਵਾਂ, ਅਜੀਤ ਪਿਆਸੇ ਲਿਖਿਆ ਏ ਅਫਸਾਨਾ। ਅਜੀਤ ਪਿਆਸੇ ਲਿਖਿਆ ਏ ਅਫਸਾਨਾ। ਆਰੀ 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 ਵਿੱਚ ਜਗਰਾਵਾਂ ਦੇ, ਲੱਗਦੀ ਰੋਸ਼ਨੀ ਪਾਰੀ ਵਿੱਚ ਜਗਰਾਵਾਂ ਦੇ। ਜਗਰਾਉਂ ਜਗ੍ਰਾਫਿਕਲੀ ਭਾਵੇਂ ਇੱਕ ਸ਼ਹਿਰ ਹੈ, ਪੰਜਾਬ ਦਾ ਬੜਾ ਮਹੱਤਵਪੂਰਨ ਸ਼ਹਿਰ ਹੈ, ਪਰ ਮੇਰੇ ਵਾਸਤੇ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਚੈਪਟਰ ਹੈ, ਰਾਦਰ ਮੁੱਖ ਬੰਦ ਹੈ। ਕਿਉਂਕਿ ਮੈਂ ਫਾਰਮੇਟਿਵ ਸਾਲਾਂ ਦੇ ਵਿੱਚ ਜਦੋਂ ਮੈਂ ਅਜੇ ਉਸਰਿਆ ਸਾਂ ਜਾਂ ਪੜ੍ਹਾਈ ਲਿਖਾਈ ਕਰਕੇ ਕਾਲਜ ਅਧਿਆਪਨ ਦੇ ਖੇਤਰ 'ਚ ਆਪਣੇ ਪੈਰ ਜਮਾ ਰਿਹਾ ਸਾਂ, ਤਾਂ ਜਗਰਾਉਂ ਨੇ ਮੈਨੂੰ ਬਹੁਤ ਵੱਡਾ ਪਲੇਟਫਾਰਮ ਦਿੱਤਾ। ਮੈਨੂੰ ਯਾਦ ਆਉਂਦਾ, ਮੈਂ ਉਦੋਂ ਦੀ ਜਗਰਾਉਂ 'ਚ ਸਿਰਫ ਆਪਣੇ ਪਿਆਰੇ ਵੀਰ ਡਾਕਟਰ ਤਾਰਾ ਸਿੰਘ ਆਲਮ ਨੂੰ ਹੀ ਜਾਣਦਾ ਸੀ, ਹੋਰ ਕਿਸੇ ਨਹੀਂ ਸੀ ਜਾਣਦਾ। ਜਾਂ ਥੋੜ੍ਹਾ ਬਹੁਤਾ ਨਾਮ ਪ੍ਰਿੰਸੀਪਲ ਤਖਤ ਸਿੰਘ ਹੋਰਾਂ ਜਾਣਦਾ ਸੀ, ਜਾਂ ਲੁਧਿਆਣੇ ਜੀ.ਐਨ ਖਾਲਸਾ ਕਾਲਜ ਪੜ੍ਹਦਿਆਂ 2-4 ਵਾਰ ਉਹਨਾਂ ਨੂੰ ਮਿਲਿਆ ਸਾਂ, ਜਦੋਂ ਇੱਥੇ ਅਕਸਰ ਉਹਨੂੰ ਬੁਲਾਉਂਦੇ ਸਾਂ ਅਸੀਂ, ਮੈਂ ਸ਼ਮਸ਼ੇਰ ਸਿੰਘ ਸੰਧੂ। ਇਸ ਤੋਂ ਬਿਨਾਂ ਮੇਰੇ ਲਈ ਜਗਰਾਉਂ ਦਾ ਨਕਸ਼ਾ ਬਿਲਕੁਲ ਓਪਰਾ ਸੀ। ਜਗਰਾਵਾਂ ਦੀ ਰੋਸ਼ਨੀ ਦਾ ਜ਼ਿਕਰ ਜ਼ਰੂਰ ਸੁਣਿਆ ਸੀ, ਕਦੇ ਪ੍ਰਿੰਸੀਪਲ ਸਰਵਣ ਸਿੰਘ ਤੋਂ, ਕਦੇ ਸ਼ਮਸ਼ੇਰ ਤੋਂ, ਕਦੇ ਕਿਸੇ ਹੋਰ ਦੋਸਤ ਤੋਂ। ਤਾਰਾ ਸਿੰਘ ਨੇ ਸੁਲਾਹ ਬਹੁਤ ਵਾਰੀ ਮਾਰੀ, ਪਰ ਤਾਰਾ ਸਿੰਘ ਦੇ ਆਖੇ 'ਤੇ ਵੀ ਮੈਂ ਨਾ ਜਾ ਸਕਿਆ।
ਮੈਂ ਤੇ ਤਾਰਾ ਸਿੰਘ 1972 ਦੇ ਵਿੱਚ ਪਹਿਲੀ ਵਾਰ ਮਿਲੇ। ਅਸੀਂ ਗਿਆਨੀ ਦੇ ਇਮਤਿਹਾਨ ਇਕੱਠੇ ਦਿੱਤੇ ਸੀ ਆਰੀਆ ਕਾਲਜ ਦੇ ਵਿੱਚ, ਮੈਨੂੰ ਯਾਦ ਹੈ। ਔਰ ਉਸ ਦੀ ਸ਼ਾਇਰੀ ਤੋਂ ਵਾਕਿਫ ਹੋਇਆ ਮੈਂ ਕਿੰਤੂ ਮੈਗਜ਼ੀਨ ਦੇ ਵਿੱਚ ਉਹਨਾਂ ਦੀ ਇਹ ਗਜ਼ਲ ਕੌਣ ਚੁਰਾ ਕੇ ਲੈ ਗਏ ਇਮਾਨ ਤੇਰੀ ਸ਼ਹਿਰ ਦਾ। ਮੇਰੇ ਵਾਸਤੇ ਜਗਰਾਓਂ ਦੇ ਵੱਡੇ ਕਿਲੇ 'ਚ ਵੜਨ ਵਾਸਤੇ ਇੱਕ ਉਪਰਲੀ ਖਿੜਕੀ ਤਾਰਾ ਸਿੰਘ ਸੀ। ਔਰ ਉਸ ਰਾਹੀਂ ਜਦੋਂ ਮੈਂ ਉੱਥੇ ਰੁਜ਼ਗਾਰ ਲਈ ਅਰਜ਼ੀ ਦਿੱਤੀ ਤਾਂ ਮੈਨੂੰ ਬੜਾ ਵੱਡਾ ਆਸਰਾ ਸੀ ਕਿ ਮੈਨੂੰ ਉੱਥੇ ਹੋਰ ਕੋਈ ਜਾਣਦਾ ਜਾਂ ਨਹੀਂ ਜਾਣਦਾ, ਮੈਨੂੰ ਤਾਰਾ ਸਿੰਘ ਜਾਣਦਾ। ਔਰ ਪ੍ਰਿੰਸੀਪਲ ਤਖਤ ਸਿੰਘ ਹੋਰਾਂ ਦੀ ਮੁਹੱਬਤ ਵੀ ਜਿੰਨੀ ਮਿਲੀ ਉੱਥੇ ਮੈਂ ਮਾਣੀ, ਉਹ ਵੀ ਥੋੜੀ ਨਹੀਂ ਸੀ। ਤਾਂ ਜਿਸ ਕਿਸਮ ਦਾ ਸਾਥ ਸਹਿਯੋਗ ਮੈਨੂੰ ਸੂਰਜ ਕਲਾਥ ਹਾਊਸ ਵਾਲੇ ਵੀਰ ਜੀ ਜਗਦੀਸ਼ ਔਰ ਸੂਰਜ ਭਾਜੀ ਦਿੱਤਾ, ਮੈਨੂੰ ਉਹ ਗਲੀ ਦਾ ਕੱਲਾ ਕੱਲਾ ਬੰਦਾ ਚੇਤੇ ਆਉਂਦਾ, ਬਾਜ਼ਾਰ ਦਾ ਕੱਲਾ ਕੱਲਾ ਬੰਦਾ ਚੇਤੇ ਆਉਂਦਾ। ਜਦੋਂ ਮੈਂ ਸਾਈਕਲ ਤੇ ਆਪਣੇ ਘਰ ਤੋਂ ਤੁਰਦਾ ਸੀ ਤੇ ਕਾਲਜ ਤੱਕ ਪਹੁੰਚਦਿਆਂ ਘੱਟੋ ਘੱਟ 10 ਥਾਵਾਂ ਤੇ ਮੈਨੂੰ 1-2 ਮਿੰਟ ਰੁਕਣਾ ਪੈਂਦਾ ਸੀ, ਕਿਉਂਕਿ ਇੰਨੀ ਮੁਹੱਬਤ ਸ਼ਾਇਦ ਹੀ ਕੋਈ ਹੋਰ ਟਾਊਨ ਜਾਂ ਸ਼ਹਿਰ ਜਾਂ ਕੋਈ ਪਿੰਡ ਦੇ ਸਕੇ ਜਿੰਨੀ ਮੁਹੱਬਤ ਮੈਨੂੰ ਜਗਰਾਉਂ ਦਿੱਤੀ। ਮੈਂ ਇਹ ਗੱਲ ਬੜੇ ਮਾਣ ਨਾਲ ਦੱਸਦਾ, ਹਰ ਥਾਂ ਦੱਸਦਾ, ਹਰ ਇੰਟਰਵਿਊ ਦੱਸਦਾ ਕਿ ਜਗਰਾਉਂ ਮੁਹੱਬਤੀ ਲੋਕਾਂ ਦਾ ਸ਼ਹਿਰ ਹੈ। ਉੱਥੇ ਮੁਹੱਬਤ ਦਾ ਭਰ ਵਗਦਾ ਦਰਿਆ ਆ। ਜਗਰਾਵਾਂ ਦੀਆਂ ਠੰਡੀਆਂ ਛਾਵਾਂ ਐਵੇਂ ਨਹੀਂ ਕਿਹਾ, ਵਾਕਈ ਉੱਥੋਂ ਦੇ ਜੀ ਜਿਹੜੇ ਨੇ, ਭਾਵੇਂ ਉਹ ਕਾਮੜ ਪ੍ਰੇਮ ਹੋਵੇ, ਰਸਮੋਹਨ ਸਿੰਘ ਆਨੰਦ ਹੋਵੇ, ਮੇਰੇ ਸਾਥੀ ਸਹਿਯੋਗੀ ਉੱਥੇ ਜਿਹੜੇ ਕਾਮਰੂਪ ਕਸ਼ਤਰੇ ਜਿਹੜੇ ਸਾਡੀ ਮੈਨੇਜਮੈਂਟ ਸੈਕਟਰੀ ਸੀ ਉਹ ਹੋਣ, ਜਾਂ ਉੱਥੋਂ ਦੇ ਸਿਰਜਕ ਤਾਣੇ ਬਾਣੇ ਦੇ ਵਿੱਚ ਕੇਸਰ ਸਿੰਘ ਨੀਰ ਜੀ ਸਨ, ਜਾਂ ਕੋਈ ਹੋਰ ਭਾਈਚਾਰਾ ਸੀ ਸਾਡਾ, ਉਹ ਸਾਰੇ ਮੁਹੱਬਤਾਂ ਦੇਣ ਵਾਲੇ ਲੋਕ ਸੀ। ਮੈਨੂੰ ਉਹ ਦਿਨ ਵੀ ਨਹੀਂ ਭੁੱਲਦਾ ਜਿਸ ਦਿਨ ਜਗਰਾਉਂ ਦੇ ਵਿੱਚ ਅਸੀਂ ਗੁਰਦਾਸ ਮਾਨ ਨੂੰ ਬੁਲਾਇਆ। ਉਹ ਸ਼ਾਇਦ ਦੂਸਰਾ ਜਾਂ ਤੀਸਰਾ ਸਮਾਗਮ ਸੀ ਉਸ ਦਾ ਆਪਣੀ ਜ਼ਿੰਦਗੀ ਦਾ ਜਿਹੜਾ ਕਿਸੇ ਕਾਲਜ 'ਚ ਉਸਨੇ ਕੀਤਾ। ਔਰ ਅਸੀਂ ਨੰਦ ਲਾਲ ਨੂਰਪੁਰੀ ਹੋਰਾਂ ਦੀ ਯਾਦ 'ਚ ਜਦੋਂ ਕਵੀ ਦਰਬਾਰ ਤੇ ਗੀਤ ਸੰਗੀਤ ਦਰਬਾਰ ਕੀਤਾ ਤਾਂ ਸਰੋਤਿਆਂ ਵਿੱਚ ਸ਼ਮਸ਼ੇਰ ਸਿੰਘ ਸੰਧੂ ਬੈਠਾ ਸੀ, ਜਗਜੀਤ ਚੂੜਚੱਕ ਜਿਹੜੇ ਮਾਹੀ ਮੁੰਡਾ ਔਰ ਪੁੱਤ ਜੱਟਾਂ ਦੇ ਫਿਲਮਾਂ ਬਣਾਈਆਂ ਉਹ ਬੈਠਾ ਸੀ, ਪਾਸ਼ ਬੈਠਾ ਸੀ। ਅਸੀਂ ਉਸ ਥਾਂ ਨੂੰ ਇੱਕ ਐਪੀਸੈਂਟਰ ਬਣਾ ਦਿੱਤਾ ਸੀ ਕਲਾ ਦਾ। ਔਰ ਕਦੇ ਉਸ ਕਾਲਜ ਦੇ ਵਿੱਚ ਦੀਦਾਰ ਸੰਧੂ ਹੋਰੀ ਆ ਰਹੇ ਨੇ ਬਿਨਾਂ ਦੱਸਿਆ, ਸਟਾਫ ਨੂੰ ਸਾਡੇ ਨਾਲ ਜ਼ਿਆਦਾ ਪਹਿਲਾਂ ਸਾਂਝਾ ਕਰ ਰਹੇ ਨੇ, ਭੰਗੜੇ ਦੀਆਂ ਰਸਮਾਂ ਵੇਖ ਰਹੇ ਨੇ, ਭੰਗੜੇ ਦੀਆਂ ਬੋਲੀਆਂ ਸਿਲੈਕਟ ਕਰਕੇ ਦੇ ਰਹੇ ਨੇ, ਉਹਦੇ 'ਚ ਕੁਝ ਤਰਜ਼ਾਂ ਐਸੀਆਂ ਨਵੀਆਂ ਦੇ ਰਹੇ ਨੇ ਜਿਹੜੀਆਂ ਚਾਲਾਂ ਤੇ ਤਾਲਾਂ ਜਿਹੜੀਆਂ ਨੇ ਭੰਗੜੇ 'ਚ ਬਾਅਦ ਬੜਾ ਲੰਮਾ ਸਮਾਂ ਇੰਟਰੋਡਿਊਸ ਹੋਈਆਂ। ਉਹਨਾਂ 'ਚੋਂ ਇੱਕ ਗੀਤ ਮੈਨੂੰ ਯਾਦ ਆਉਂਦਾ ਕਿ ਸਾਡੇ ਸਟਾਫ ਨੂੰ ਬਹਿ ਕੇ ਦੀਦਾਰ ਨੇ ਲਿਖਿਆ, ਜੇਠ ਲਿਆਏ ਨੇ ਦਿੱਲੀੋਂ ਸੁਰਮੇ ਰਾਣੀ, ਜਾਂ ਹੋਰ ਬੜੇ ਆਨੰਦਿਤ ਅਵਸਥਾ ਵਾਲੇ ਪਲ ਨੇ ਜਿਹੜੇ ਮੈਂ ਉੱਥੇ ਮਾਣੇ। ਪਰ ਇੱਕ ਗੱਲ ਜਿਹੜੀ ਮੈਂ ਮਹਿਸੂਸ ਇਹ ਕਰਦਾ ਕਿ ਜਗਰਾਉਂ ਛੱਡਣ ਦਾ ਮੈਨੂੰ ਬਗੋਚਾ ਤਾਂ ਹੁਣ ਤੱਕ ਵੀ ਹੈ, ਪਰ ਨਾਲ ਦੀ ਨਾਲ ਉਸ ਸਾਰੀ ਯਾਦਾਂ ਦੀ ਪੂੰਜੀ ਨੂੰ ਜਦੋਂ ਮੈਂ ਸੰਭਾਲ ਕੇ ਦੇਸ਼ ਔਰ ਵਿਦੇਸ਼ 'ਚ ਤੁਰਿਆ ਫਿਰਦਾ ਤਾਂ ਮੈਂ ਇੰਝ ਮਹਿਸੂਸ ਕਰਦਾ ਜਿਵੇਂ ਮੈਂ ਬਹੁਤ ਅਮੀਰ ਹਾਂ। ਸ਼ਾਇਦ ਮੇਰੇ ਤੋਂ ਅਮੀਰ ਹੋਰ ਬੰਦਾ ਕੋਈ ਨਹੀਂ ਜਿਸ ਕੋਲ ਉਸ ਖਿੱਤੇ ਦੇ ਕੱਲੇ ਕੱਲੇ ਪਿੰਡ ਦੇ ਕੱਲੇ ਕੱਲੇ ਜੀ ਦੇ ਮੁਹੱਬਤੀ ਪਲ ਮੇਰੇ ਨਾਲ ਗੁਜ਼ਾਰੇ ਜਿਹੜੇ ਨੇ ਮੈਨੂੰ ਚੇਤੇ ਆਉਂਦੇ ਨੇ। ਕਦੇ ਕੌਂਕੇ ਜਾ ਰਹੇ ਆ, ਕਦੇ ਨਾਨਕਸਰ ਜਾ ਰਹੇ ਆ। ਨਾਨਕਸਰ ਜਾ ਕੇ ਭਾਈ ਰਾਮ ਜੀ ਜਿਹੜੇ ਹੁਣ ਰਾਮ ਸਿੰਘ ਨਾਨਕਸਰ ਵਾਲੇ ਨਾਲ ਬੜੇ ਪ੍ਰਸਿੱਧ ਸੰਤ ਨੇ, ਉਹਨਾਂ ਕੋਲੋਂ ਅਸੀਂ ਗੁਲਾਮ ਵਾਲੀ ਸੁਣ ਰਹੇ ਹਾਂ, ਉਹਨਾਂ ਕੋਲੋਂ ਅਸੀਂ ਕੀਰਤਨ ਦੀਆਂ ਵੱਖ-ਵੱਖ ਬੰਦਿਸ਼ਾਂ ਸੁਣ ਰਹੇ ਹਾਂ। ਕਦੇ ਜਗਰਾਉਂ ਦੇ ਖਾਲਸਾ ਸਕੂਲ ਦੇ ਕੀਰਤਨ ਦਰਬਾਰ ਸੁਣ ਰਹੇ, ਜਿਹਦੇ 'ਚ ਭਾਈ ਹਰਵੰਸ ਸਿੰਘ ਜਗਾਦਰੀ ਵਾਲੇ, ਦਰਸ਼ਨ ਸਿੰਘ ਰਾਗੀ, ਜਿਹਦੇ 'ਚ ਅਸੀਂ ਸਾਧੂ ਸਿੰਘ ਡੇਰਦੂ ਨੂੰ ਸੁਣ ਰਹੇ ਹਾਂ, ਜਿਹਦੇ 'ਚ ਚੰਦਰ ਸਿੰਘ ਮਜਬੂਰ ਨੂੰ ਸੁਣ ਰਹੇ ਹਾਂ, ਭਾਈ ਹਰਚੰਦ ਸਿੰਘ ਰਾਗੀ ਨੂੰ ਸੁਣ ਰਹੇ ਹਾਂ। ਮਤਲਬ ਇਹ ਸਾਰੀ ਇੱਕ ਖਾਸ ਕਿਸਮ ਦੀ ਇੱਕ ਜਿਹੜੀ ਉੱਥੇ ਮਿਲਤ ਸੀ, ਲੋਕਾਂ ਦੀ ਕਲਚਰਲ ਮਿਲਤ ਸੀ, ਉਹ ਬਹੁਤ ਮੁੱਲਵਾਨ ਸੀ ਮੇਰੇ ਵਾਸਤੇ। ਮੈਨੂੰ ਇਹ ਵੀ ਯਾਦ ਆਉਂਦਾ ਕਿ ਮੇਰੇ ਬੇਟੇ ਦਾ ਪਹਿਲਾ ਜਨਮ ਦਿਨ ਸੀ ਔਰ ਉੱਥੇ ਕੀਰਤਨ ਲੜੀ ਚੱਲਦੀ ਸੀ ਔਰ ਭਾਈ ਹਰਵੰਸ ਸਿੰਘ ਜਗਾਦਰੀ ਵਾਲਿਆਂ ਨੇ ਮੇਰੇ ਘਰ 'ਚ ਆ ਕੇ ਕੀਰਤਨ ਕੀਤਾ। ਇਹ ਜਿਹੜੀਆਂ ਯਾਦਾਂ ਨੇ, ਖਾਸ ਕਰਕੇ ਯਾਦਾਂ ਦੀਆਂ ਕੂਣੀਆਂ ਜਦੋਂ ਕੱਟਦਾ ਮੈਂ ਤਾਂ ਮੈਂ ਬਹੁਤ ਸਾਰੇ ਗਲੋਟੇ ਕੱਟ ਲੈਂਦਾ। ਔਰ ਮੈਨੂੰ ਇੰਝ ਲੱਗਦਾ ਕਿ 7 ਸਾਲ ਮੇਰੀ ਜ਼ਿੰਦਗੀ ਦੇ ਜਿਹੜੇ ਮੈਂ ਜਗਰਾਉਂ 'ਚ ਕੱਟੇ, ਉਹ 7 ਸਾਲ ਨਹੀਂ ਸੀ, ਉਹ ਮੇਰਾ ਇੱਕ ਸਮੁੱਚਾ ਜਨਮ ਸੀ ਜਿੱਥੇ ਮੇਰਾ ਬੱਚਾ ਪੈਦਾ ਹੋਇਆ। ਪੈਦਾ ਹੋਣ ਤੋਂ ਬਾਅਦ 2-2.5 ਸਾਲ ਦੀ ਉਮਰ ਤੱਕ ਉੱਥੇ ਪਰਵਰਿਸ਼ ਪਾਈ। ਗੁਰੂ ਨਾਨਕ ਬਾਲ ਵਿਕਾਸ ਕੇਂਦਰ ਦੇ ਜਿਹੜੇ ਉਸ ਵਕਤ ਪ੍ਰਿੰਸੀਪਲ ਸੀ ਮੇਰੇ ਬਹੁਤ ਪਿਆਰੇ ਮਿੱਤਰ ਪਤੀ ਮੋਹਨ ਉਹਨਾਂ ਦੇ ਭੈਣ ਜੀ ਸਰ ਰਣਜੀਤ ਸਿੰਘ ਉਹਨਾਂ ਦੇ ਪਤੀ, ਜਿਸ ਆਨੰਦਿਤ ਅਵਸਥਾ ਦੇ ਵਿੱਚ ਮੇਰੇ ਬੱਚੇ ਨੂੰ ਉਹਨਾਂ ਨੇ ਮੁਹੱਬਤ ਦੇ ਕੇ ਪਾਲਿਆ, ਕੋਲ ਰੱਖਿਆ, ਹਰ ਤਰ੍ਹਾਂ ਨਾਲ ਆਪਣੇ ਅੰਗ ਸੰਗ ਰੱਖਿਆ, ਉਹ ਮੈਨੂੰ ਕਈ ਵਾਰੀ ਹੁਣ ਵੀ ਇੱਕ ਵੱਖਰੀ ਕਿਸਮ ਦਾ ਵਿਸਮਾਦ ਦੇ ਜਾਂਦਾ। ਮੈਂ ਕਿਹਨੂੰ ਚੇਤੇ ਕਰਾਂ ਤੇ ਕਿਹਨੂੰ ਨਾ ਕਰਾਂ, ਉਹ ਪਲ ਯਾਦ ਆਉਂਦੇ ਨੇ। ਮੈਨੂੰ ਤਾਂ ਬਲਬਰ ਗੁਲਸ਼ਾਨਾ ਨਹੀਂ ਭੁੱਲਦਾ ਜਿਹੜਾ ਚੰਦ ਪਰਦੇਸੀ ਫਿਲਮ ਦੀ ਬਣਤ ਵੇਲੇ ਨਾਲ ਰਿਹਾ, ਰਾਜ ਬੱਬਰ ਦੇ ਨਾਲ ਰਿਹਾ, ਸਮਿਤਾ ਪਾਟਲ ਦੇ ਨਾਲ ਰਿਹਾ, ਰਮਾ ਵਿਜ ਨਾਲ ਰਿਹਾ,
ਉਦੋਂ ਬਾਅਦ 'ਚ ਕਿਉਂਕਿ ਵਾਰਸ ਫਿਲਮ ਬਣਾਈ ਉਦੋਂ ਵੀ ਨਾਲ ਹੀ ਰਿਹਾ। ਮਤਲਬ ਵੀ ਉੱਥੇ ਚਾਹ ਲੈਣ ਵਾਲੇ ਤੇ ਚਾਹ ਦੇਣ ਵਾਲੇ ਸੱਜਣ ਪਿਆਰੇ ਇੰਨੇ ਕੁ ਸੀ ਕਿ ਇੱਕ ਇੱਕ ਦਿਨ ਜਿਹੜਾ ਉਹ ਇੱਕ ਮੋਹਬੰਤਾ ਬਣ ਜਾਂਦਾ ਮੇਰੇ ਵਾਸਤੇ। ਉਹਦੀ ਕੱਲੀ ਕੱਲੀ ਸੜਕ, ਉਹਦੀ ਕੱਲੀ ਕੱਲੀ ਗਲੀ। ਜਦੋਂ ਅੱਜ ਮੈਂ ਹੀਰਾ ਬਾਗ ਦੇਖਦਾ ਵਿਕਸਿਤ ਹੋਇਆ ਤਾਂ ਮੈਨੂੰ ਯਾਦ ਆਉਂਦਾ ਹੀਰਾ ਬਾਗ ਉਦੋਂ ਨਵਾਂ ਨਵਾਂ ਵਿਕਸਿਤ ਹੋ ਰਿਹਾ ਸੀ। ਉਹਦੇ ਬਿਲਕੁਲ ਸਾਹਮਣੇ ਪ੍ਰੋਫੈਸਰ ਐਸ.ਡੀ. ਪ੍ਰਾਸ਼ਰ ਦਾ ਘਰ ਸੀ, ਜਿਹਦੇ 'ਚ ਅਕਸਰ ਅਸੀਂ ਜਾਇਆ ਕਰਦੇ, ਆਨੰਦ ਲੈਂਦੇ। ਫਿਰ ਅਸੀਂ ਬਹੁਤ ਵਾਰ ਜਦੋਂ ਸ਼ਹਿਰੋਂ ਬਾਰ-ਬਾਰ ਘਰ ਬਣਾ ਲਿਆ, ਡਾਕਟਰ ਹਰਪਾਲ ਸਿੰਘ ਹੋਰਾਂ ਨੇ, ਉਹਨਾਂ ਦੇ ਘਰ ਜਾਣਾ, ਉਹਨਾਂ ਨੂੰ ਮਿਲਣਾ ਗਿਲਣਾ, ਦਿਲਚਸਪ ਗੱਲਾਂ ਸੁਣਨੀਆਂ। ਇੱਕ ਟੱਬਰ ਵਾਲਾ ਮਾਹੌਲ ਹੈ ਪੂਰੇ ਸ਼ਹਿਰ ਦਾ। ਮੈਨੂੰ ਲੱਗਦਾ ਹੁਣ ਸ਼ਾਇਦ ਥੋੜ੍ਹਾ ਬਹੁਤਾ ਫਰਕ ਪੈ ਗਿਆ ਹੋਵੇ, ਕਿਉਂਕਿ ਸ਼ਹਿਰ ਦਾ ਜਿਹੜਾ ਕਲਚਰ ਹੈ ਖਾਸ ਕਰਕੇ ਉਹ ਸ਼ਹਿਰੀਪਨ ਜਿਹੜਾ ਹੈਗਾ ਉਹ ਸਾਨੂੰ ਹੌਲੀ ਹੌਲੀ ਤੋੜਦਾ ਬੰਦੇ ਨਾਲ। ਪਰ ਜਗਰਾਓਂ ਦੇ ਜਿਹੜੇ ਪਲ ਮੈਂ ਗੁਜ਼ਾਰੇ ਨੇ 77 ਤੋਂ ਲੈ ਕੇ 83 ਤੱਕ, ਉਹ ਪਲ ਇੱਕ ਟੱਬਰ ਦੇ ਇਕੱਠੇ ਜੀਣ ਤੇ ਇਕੱਠੇ ਮਰਨ ਵਾਲੇ ਪਲ ਸੀ। ਸਦਰ ਮਾਰਕੀਟ ਦੇ ਅੱਗੇ ਜਾ ਕੇ ਮੇਰੇ 2 ਮਿੱਤਰਾਂ ਨੇ ਆਪਣਾ ਕਲੀਨਿਕ ਬਣਾਇਆ, ਬਾਈ ਕਲੀਨਿਕ, ਸੁਖਦੇਵ ਬੁੱਟਰ ਨੇ ਔਰ ਕੁਲਦੀਪ ਸਿੰਘ ਬਰਾੜ ਨੇ, ਮੇਰੇ ਦੋਸਤ ਨੇ। ਉੱਥੇ ਆ ਕ੍ਰਿਸ਼ਨ ਵਰਮਾ ਨੇ ਆ ਕੇ ਉੱਥੇ ਆਪਣਾ ਸਟੂਡੀਓ ਸ਼ੁਰੂ ਕੀਤਾ, ਕਮਲ ਇਲੈਕਟ੍ਰੋਨਿਕ ਸਟੂਡੀਓ। ਉਹਦੇ ਵਿੱਚ ਅਸੀਂ ਅੱਧੀ ਦੀ ਰਾਤ ਤੱਕ ਕਈ ਵਾਰ ਆਪਸ 'ਚ ਗੱਲਾਂ ਕਰਦੇ ਰਹਿੰਦੇ, ਪਿਆਰ ਦੀਆਂ, ਮੁਹੱਬਤ ਦੀਆਂ, ਉਹਦੀ ਮੁੰਬਈ ਦੇ ਸਫ਼ਰ ਦੀਆਂ। ਉਹਦੀ ਨਿੱਕੀ ਜਿਹੀ ਧੀ ਜਿਹੜੀ ਬਹੁਤ ਵੱਡੀ ਫਿਲਮ ਐਕਟਰਸ ਬਾਅਦ 'ਚ ਬਣੀ ਹੈ, ਕਿੰਮੀ ਵਰਮਾ, ਉਦੋਂ ਦਾ ਕਵਿਤਾ ਸੀ ਨਿੱਕੀ ਜਿਹੀ, ਕਿੰਮੀ ਛੋਟੇ ਹੁੰਦਾ ਨਾਂ ਉਹਦਾ ਸੀ। ਉਸ ਪਰਿਵਾਰ ਦੇ ਨਾਲ ਬੜੀਆਂ ਯਾਦਾਂ ਜੁੜੀਆਂ ਹੋਈਆਂ। ਪੰਮੀ ਦੀ ਚਾਹ ਦੀ ਦੁਕਾਨ ਨਹੀਂ ਭੁੱਲਦੀ। ਪਵਨ ਕੁਮਾਰ ਉਹ ਪੰਮੀ ਹੈ ਜਿਹਨੇ ਚੰਦ ਦੇਸੀ ਫਿਲਮ ਦੇ ਮੁੱਢਲੇ ਗੀਤ ਲਿਖੇ। ਉਹ ਕਿਰਤੀ ਬੰਦਾ ਸੀ, ਪਰ ਹਰਜੀਤ, ਬਲਦੇਵ ਗਿੱਲ ਤੇ ਬਾਕੀ ਕਾਫਲੇ ਦਾ ਸਾਥੀ ਹੋਣ ਕਰਕੇ ਉਸਨੇ ਫਿਲਮ ਦੇ ਗੀਤ ਲਿਖੇ। ਬੜੇ ਮਿੱਠੇ ਗੀਤ ਸੀ। ਅਸੀਂ ਸਾਰੇ ਦੋਸਤ ਜਿਹੜੇ ਆ ਜਗਰਾਓਂ ਦੇ ਉਸ ਸਾਰੇ ਮਾਹੌਲ ਦੇ ਵਿੱਚ ਮੋਹਨ ਗੋਇਲ ਨੂੰ ਕਿਵੇਂ ਭੁਲਾ ਸਕਦੇ ਆ, ਜਿਹਨੇ ਨਾਟਕਾਂ ਦੀ ਦੁਨੀਆ ਦੇ ਵਿੱਚ ਪੰਜਾਬ ਯੂਨੀਵਰਸਿਟੀ 'ਚ ਲੰਮਾ ਸਮਾਂ ਸਰਦਾਰੀ ਕੀਤੀ। ਔਰ ਮੈਨੂੰ ਉਹਦਾ ਇੱਕ ਨਾਟਕ ਨਹੀਂ ਭੁੱਲਦਾ, ਬੱਕਰੀ ਯਾਦ ਸੀ, ਸਰਵੇਸ਼ਵਰ ਸਕਸੈਨਾ ਦਾ ਨਾਟਕ ਸੀ। ਤੇ ਉਹਦੇ ਵਾਸਤੇ ਕਾਸਟ ਅਸੀਂ ਚੁਣ ਰਹੇ ਸੀ। ਕਾਸਟ ਚੁਣਦੇ ਆ ਜਗਜੀਤ ਮੈਨੂੰ ਕਹਿਣ ਲੱਗਾ, ਝੂਠ ਚੱਕ ਵਾਲਾ ਕਹਿਣ ਲੱਗਾ, ਯਾਰ ਸਾਡੇ ਹਰਿੰਦਰ ਨੂੰ ਵੀ ਕਿਤੇ ਕਿਸੇ ਰੋਲ 'ਚ ਪਾ ਲਿਆ ਕਰੋ, ਇਹ ਸੰਗਾਓ ਬਹੁਤ ਹੈ, ਇਹ ਸੰਗ ਤੋੜਨੀ ਹੈ, ਥੀਏਟਰ ਦਾ ਆਰਟਿਸਟ ਬਣਾਉਣਾ। ਅਸੀਂ ਉਹਦੇ ਵਿੱਚ ਮਾਸ਼ਕੀ ਬਣਾ ਲਿਆ ਉਹਨੂੰ, ਔਰ ਉਹ ਮਾਸ਼ਕੀ ਬਾਅਦ ਵਿੱਚ ਪੰਜਾਬੀ ਦੀਆਂ 2-3 ਵੱਡੀਆਂ ਫਿਲਮਾਂ ਦਾ ਨਿਰਦੇਸ਼ਕ ਬਣਿਆ ਹਰਿੰਦਰ ਗਿੱਲ ਨਾਂ ਥੱਲੇ। ਮੈਨੂੰ ਲੱਗਦਾ ਕਿ ਅਸੀਂ ਬਹੁਤ ਸਾਰੇ ਲੋਕ ਐਸੇ ਆ ਜਿਹੜੇ ਉਹਨਾਂ ਵਕਤਾਂ 'ਚ ਵਿਕਸਿਤ ਹੋਏ ਆ। ਭਾਵੇਂ ਵਿਦਿਆਰਥੀ ਸਨ, ਉਹਨਾਂ ਤੋਂ ਬੜੇ ਬੜੇ ਟਾਪ ਮੋਸਟ ਵਿਦਿਆਰਥੀ ਅੱਜ ਅਮਰੀਕਾ 'ਚ, ਕੈਨੇਡਾ 'ਚ, ਦੇਸ਼ 'ਚ, ਪ੍ਰਦੇਸ਼ 'ਚ। ਕਈ ਲੋਕ ਤਾਂ ਪੰਜਾਬ ਅਸੈਂਬਲੀ ਦੇ ਮੈਂਬਰ ਵੀ ਬਣੇ ਨੇ, ਇੱਕ ਅੱਧੇ ਨੇ ਪਾਰਲੀਮੈਂਟ ਦੀ ਚੋਣਾਂ ਵੀ ਲੜੀਆਂ ਨੇ। ਮੈਨੂੰ ਲੱਗਦਾ ਕਿ ਸਾਰਾ ਇੱਕ ਖਾਸ ਕਿਸਮ ਦਾ ਜਿਹੜਾ ਇੱਕ ਮਾਹੌਲ ਤੇ ਮੁਹਾਂਦਰਾ ਸੀ ਜਗਰਾਓਂ ਦਾ, ਉਹ ਸਾਡੇ ਵਾਸਤੇ ਮਾਣਨਯੋਗ, ਜਾਣਨਯੋਗ ਸੀ। ਮੈਨੂੰ ਉਹ ਵੀ ਦਿਨ ਨਹੀਂ ਭੁੱਲਦਾ, ਇੱਕ ਤਲਾਬ ਸੀ ਗਗੜੇ ਵਾਲੇ ਰਾਹ ਦੇ ਉੱਤੇ, ਤਾਰਾ ਸਿੰਘ ਆਲਮ ਤੇ ਸਾਥੀਆਂ ਨੇ ਰਲ ਕੇ ਓਰੀਅਨ ਕਲੱਬ ਬਣਾ ਲਈ। ਉਸ 'ਚ ਅਮਰਜੀਤ ਸੀ ਇਹਦੇ ਸਾਥੀ, ਹੋਰ ਦੋਸਤੀ, ਬਸ ਮੋਹਨ ਲਾਲ ਗੋਇਲ ਦੀ ਅਗਵਾਈ ਥੱਲੇ ਓਰੀਅਨ ਕਲੱਬ ਨੇ ਉਹਨੂੰ ਇੱਕ ਥੀਏਟਰ ਦੇ ਵਿੱਚ ਤਬਦੀਲ ਕਰਨ ਦਾ ਸੋਚ ਲਿਆ। ਬਾਅਦ 'ਚ ਕੋਠੀ ਸੀ ਪੁਰਾਣੀ, ਬਿਲਕੁਲ ਹੀ ਗੇਟ ਦੇ ਕੋਲ, ਮੈਨੂੰ ਯਾਦ ਨਹੀਂ ਉਸ ਕੋਠੀ ਨੂੰ ਕੀ ਕਹਿੰਦੇ ਨੇ, ਬੇਰੀਆਂ ਦੀ ਕੋਠੀ ਹੈ, ਕਿਹਦੀ ਕੋਠੀ ਕਹਿੰਦੇ ਨੇ। ਉਸ ਕੋਠੀ ਦੇ ਵਿੱਚ ਇਹਨਾਂ ਨੇ ਬਾਬਾ ਗਣਪਤ ਦੀ ਯਾਦ ਵਿੱਚ ਜਿਹੜਾ ਸਿੰਧੜੇ ਦਾ ਹੋਇਆ ਸੀ ਬਹੁਤ ਵੱਡਾ, ਜਗਰਾਓਂ ਦਾ ਜੰਮਪਲ ਸੀ, ਉਹਨਾਂ ਦੀ ਯਾਦ ਵਿੱਚ ਇੱਕ ਬਹੁਤ ਵੱਡਾ ਫੈਸਟੀਵਲ ਕੀਤਾ। ਉਹਦੀ ਜ਼ਿੰਦਗੀ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਔਰ ਉਹਦਾ ਨਾਂ ਰੱਖਿਆ ਧੂੜ ਤਲਿਪਤੇ ਸਾਜ਼। ਮੈਨੂੰ ਲੱਗਦਾ ਕਿ ਹਰਜੀਤ, ਤਾਰਾ ਸਿੰਘ ਆਲਮ, ਅਮਰਜੀਤ ਵਰਮਾ, ਮੋਹਨ ਲਾਲ ਗੋਇਲ ਔਰ ਮੋਹਨ ਲਾਲ ਸ਼ਰਮਾ ਜੀ, ਇਹ ਬੰਦੇ ਜਿਹੜੇ ਨੇ ਉਹ ਪਾਵੇ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਾਰਾ ਕਲਾ ਦਾ ਤਖਤ ਜਿਹੜਾ ਹੈ ਟਿਕਿਆ ਹੋਇਆ। ਜੇ ਜਗਰਾਓਂ ਤੋਂ ਨਾਲ ਲੱਗਵੇਂ ਪਿੰਡਾਂ ਦੀ ਗੱਲ ਕਰੀਏ, ਦਰਸ਼ਨ ਚਾਲ ਦਾ ਆਉਣਾ, ਇਨਕਲਾਬੀ ਸ਼ਾਇਰੀ ਸੁਣਾਉਣਾ, ਇੱਧਰੋਂ ਬੂਟਾ ਸਿੰਘ ਹੁੰਦਾ ਸੀ ਭੱਟੀ ਮੁੰਡਾ ਆਪਣਾ ਲੀੜਾਂ ਤੋਂ, ਉਹਦਾ ਮੈਗਜ਼ੀਨ ਗੋਬਿੰਦ ਮਾਰਗ ਭੁਪਿੰਦਰ ਲੀੜਾਂ ਤੋਂ ਸੀ, ਉਹ ਸ਼ਾਇਰ ਦੇ ਰੂਪ ਵਿੱਚ ਬੜਾ ਸਮਰੱਥ ਮੁੰਡਾ ਬਣਿਆ। ਜੇ ਇੱਧਰ ਤੋਂ ਚਲੇ ਜਾਈਏ ਰਾਏਕੋਟ ਵਾਲੀ ਸੜਕ 'ਤੇ ਤਾਂ ਸੁਰਿੰਦਰ ਗਿੱਲ ਦਾ ਹੋਣਾ, ਉੱਥੇ ਸ਼ਿਵਚਰਨ ਗਿੱਲ ਹੋਰਾਂ ਦਾ ਹੋਣਾ। ਕਹਾਣੀਕਾਰ ਸ਼ਿਵਚਰਨ ਗਿੱਲ ਇੰਗਲੈਂਡ 'ਚ ਹੀ ਲੰਮਾ ਸਮਾਂ ਜੀਵੇ, ਸਾਥ ਛੱਡ ਗਏ। ਸੁਰਿੰਦਰ ਗਿੱਲ ਸ਼ਾਇਰੀ ਦਾ ਉਸਤਾਦ ਸ਼ਾਇਰ ਹੈ ਸਾਡਾ, ਬਹੁਤ ਮਾਣ ਹੈ। ਔਰ ਮੇਰੇ ਇਹ ਵੀ ਸਤਿਕਾਰਯੋਗ ਗੱਲ ਹੈ ਕਿ ਮੇਰੇ ਉਹ ਅਧਿਆਪਕ ਰਹੇ ਨੇ। ਸੋ ਅਸੀਂ ਸਾਰੇ ਰਲ ਕੇ ਇੱਕ ਉਸ ਕਲਚਰਲ ਈਕੋ 'ਚੋਂ ਪੈਦਾ ਹੋਏ ਆ, ਜਿਹੜੀ ਕਲਚਰਲ ਈਕੋ ਥੋੜ੍ਹੇ ਲੋਕਾਂ ਨੂੰ ਨਸੀਬ ਹੁੰਦੀ ਹੈ। ਸੋ ਮੈਂ ਆਪਣੇ 'ਚੋਂ ਜ਼ਿੰਦਗੀ 'ਚੋਂ ਸਾਰੀ ਮੇਰੀ ਰੱਤ ਖਾਰਜ ਹੋ ਜਾਵੇਗੀ ਤਦ ਵੀ ਜਗਰਾਓਂ ਕਿਤੇ ਨਾ ਕਿਤੇ ਕਨੁੱਕਰੇ ਪਿਆ ਦਿਸੇਗਾ। ਨਾ ਤਾਂ ਭੁੱਲਦਾ ਰਣਜੀਤ ਗਰੇਵਾਲ ਕਹਾਣੀਕਾਰ, ਜਿਹਦੀ ਕਿਤਾਬ ਸੀ ਖਬਰ ਸਵੇਰੇ ਛਪੇਗੀ,
ਨਾ ਭੁੱਲਦਾ ਅਜੀਤ ਪਿਆਸਾ ਜਿਹਦੀ ਕਹਾਣੀਆਂ ਦੀ ਕਿਤਾਬ ਤੋਂ ਬਾਅਦ ਉਸਨੇ ਜਗਰਾਉਂ ਦੀ ਹਿਸਟਰੀ ਵੀ ਲਿਖੀ ਹੈ। ਇਸ ਤਰ੍ਹਾਂ ਬਹੁਤ ਸਾਰੇ ਦੋਸਤ ਹੋਰ ਜਿਹੜੇ ਬਾਅਦ ਵਿੱਚ ਵਿਕਸਿਤ ਹੋਏ ਨੇ। ਉਦੋਂ ਹਰਕੋਮਲ ਬਰਿਆਰ ਸ਼ਾਇਦ ਨਹੀਂ ਸੀ ਹੁੰਦਾ, ਪਰ ਬਾਅਦ ਵਿੱਚ ਸ਼ਾਇਰੀ ਬੜਾ ਅੱਛਾ ਨਾਂ ਕਮਾਇਆ ਉਸਨੇ। ਮੇਰੇ ਦੇ ਇੱਕੋ ਘਰ 'ਚ ਅਸੀਂ ਰਹਿੰਦੇ ਰਹੇ ਹਾਂ। ਇਸੇ ਤਰ੍ਹਾਂ ਹੀ ਬਹੁਤ ਸਾਰੇ ਵੀਰ ਅਖਾੜੇ ਤੋਂ ਹਰਬੰਸ ਸਿੰਘ ਹੋਰੀ ਉਦੋਂ ਲਿਖਦੇ ਨਹੀਂ ਸੀ ਹੁੰਦੇ, ਉਦੋਂ ਸਿਰਫ ਸੋਸ਼ਲ ਐਕਟਿਵਿਸਟ ਸੀ, ਟੀਚਰ ਸੀ, ਪਰ ਉਹਨਾਂ ਨੇ ਬਾਅਦ 'ਚ ਆਪਣੇ ਆਪ ਨੂੰ ਇੱਕ ਨਾਵਲਕਾਰ ਦੇ ਰੂਪ ਦੇ ਵਿੱਚ ਵਿਕਸਿਤ ਕੀਤਾ। ਸੋ ਅਸੀਂ ਸਾਰੇ ਰਲ ਕੇ ਇੱਕ ਵੱਖਰੇ ਕਿਸਮ ਦਾ ਮਾਣ ਲੈ ਕੇ ਤੁਰਦੇ ਹਾਂ ਜਗਰਾਉਂ ਦੇ ਜ਼ਿਕਰ ਦੇ ਨਾਲ। ਨਾ ਉੱਥੋਂ ਦੇ ਖਿਡਾਰੀ ਭੁੱਲਦੇ ਨੇ, ਨਾ ਉੱਥੋਂ ਦੇ ਆਗੂ ਭੁੱਲਦੇ ਨੇ, ਤੇ ਨਾ ਹੀ ਉੱਥੋਂ ਦੇ ਉਹ ਸੂਰਮੇ ਭੁੱਲਦੇ ਨੇ ਜਿਨ੍ਹਾਂ ਨੇ ਸਿੱਖ ਸ਼ਹਾਦਤਾਂ ਗੁਰਦੇਵ ਸਿੰਘ ਕੌਂਕੇ ਵਰਗਿਆਂ ਨੇ ਦੇ ਕੇ ਆਪਣੇ ਖੂਨ ਦੀ ਆਹੂਤੀ ਪਾ ਕੇ ਆਪਣੇ ਅਜ਼ਮ ਦੀ ਰੱਖ ਕੀਤੀ। ਬਹੁਤ ਵੱਡਿਆਂ ਲੋਕਾਂ ਦੀ ਧਰਤੀ ਜਗਰਾਉਂ, ਉਹ ਇੰਸਟੀਟਿਊਸ਼ਨ ਜਿੱਥੇ ਕਰਤਾਰ ਸਿੰਘ ਕਰਨੈਲ ਸਿੰਘ ਈਸਲੂ ਦੇਸ਼ ਭਗਤ ਨੇ ਆਪਣੀ ਮੁੱਢਲੀ ਪੜ੍ਹਾਈ ਕੀਤੀ, ਬੁਨਿਆਦੀ ਪੜ੍ਹਾਈ JBT ਦੀ ਕੀਤੀ। ਉੱਥੋਂ ਹੀ ਸਫ਼ਰ ਆਰੰਭਿਆ ਆਪਣੀਆਂ ਇਨਕਲਾਬੀ ਸਰਗਰਮੀਆਂ ਦਾ। ਗੋਆ ਦੀ ਆਜ਼ਾਦੀ ਵਾਸਤੇ ਜਦੋਂ ਜਾਂਦੇ ਨੇ ਤਾਂ ਆਪਣੇ ਸਾਥੀਆਂ ਤੋਂ, ਓਮ ਪ੍ਰਕਾਸ਼ ਅਤਰੇ ਤੇ ਹੋਰ ਸਾਥੀਆਂ ਨੂੰ ਕਹਿ ਕੇ ਜਾਂਦੇ ਨੇ ਕਿ ਮੈਂ ਕੁਰਬਾਨ ਹੋਣ ਚੱਲਿਆ, ਮੈਂ ਜੇ ਨਾ ਵੀ ਪਰਤਿਆ ਤੇ ਮੇਰੀ ਯਾਦ ਸੰਭਾਲ ਕੇ ਰੱਖਿਓ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਜਗਰਾਉਂ ਨੇ ਮਿਲ ਦਿੱਤੀਆਂ ਨੇ। ਉਸ ਮਾਣ ਨੂੰ, ਉਸ ਸਵੈਮਾਣ ਨੂੰ ਮੈਂ ਜਿੱਤੇ ਕਰਕੇ ਹੁਣ ਵੀ ਸਰਸਾਰ ਹੋ ਗਿਆ। ਖਾਰੇ ਸ਼ਹਿਰ ਦੇ ਵਿੱਚ ਵਿਚਾਲੇ ਵੱਡੇ ਖੂਹ ਦਾ ਮਿੱਠਾ ਪਾਣੀ, ਕਿਸ਼ਨ ਸੁਦਾਮੇ ਦੀ ਮੂਰਤੀ ਸੱਚੇ ਪਿਆਰ ਦੀ ਦੱਸੇ ਕਹਾਣੀ। ਸੰਤ ਪੀਰਾਂ ਦੀ ਸ਼ਹਿਰ ਤੇ ਕਿਰਪਾ, ਸੰਤ ਪੀਰਾਂ ਦੀ ਸ਼ਹਿਰ ਤੇ ਕਿਰਪਾ, ਗੂੰਜੇ ਥੇ ਮਿੱਠੀ ਬਾਣੀ। ਚੌਗੇਟਾਂ ਵਾਲਾ ਸ਼ਹਿਰ ਨਿਰਾਲਾ ਬੜਾ ਹਸੀਨ ਸੁਹਾਨਾ, ਜਗਰਾਵਾਂ ਠੰਡੀਆਂ ਛਾਵਾਂ, ਅਜੀਤ ਪਿਆਸੇ ਲਿਖਿਆ ਏ ਅਫਸਾਨਾ, ਅਜੀਤ ਪਿਆਸੇ ਲਿਖਿਆ ਏ ਅਫਸਾਨਾ। ਆਰੀ 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 ਵਿੱਚ ਜਗਰਾਵਾਂ ਦੇ, ਫੈਸ਼ਨ ਦੀ ਸਰਦਾਰੀ ਵਿੱਚ ਜਗਰਾਵਾਂ ਦੇ। ਹਿੰਦੁਸਤਾਨ ਦਾ ਸੂਬਾ ਪੰਜਾਬ, ਉਸ ਦਾ ਜ਼ਿਲ੍ਹਾ ਲੁਧਿਆਣਾ ਦੀ ਸਬ ਡਿਵੀਜ਼ਨ ਤੇ ਮਿਊਨਿਸਪਲ ਕਾਉਂਸਲ, ਗ੍ਰਾਮੀਣ ਪੁਲਿਸ ਜ਼ਿਲ੍ਹਾ ਜਗਰਾਉਂ, ਜਿਸ ਨੂੰ ਜਗਰਾਵਾਂ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਗਰਾਵਾਂ ਠੰਡੀਆਂ ਛਾਵਾਂ, ਜਿਹਦਾ ਨਾਂ ਸੁਣਦਿਆਂ ਹੀ ਕਲੇਜੇ ਠੰਡ ਪੈ ਜਾਂਦੀ ਹੈ। ਇਹ ਸ਼ਹਿਰ 3 ਸਦੀਆਂ ਤੋਂ ਵੀ ਵੱਧ ਪੁਰਾਣਾ 1680 ਵਿੱਚ ਰਾਏ ਕਮਾਲੂਦੀਨ ਦੁਆਰਾ ਸਥਾਪਿਤ ਕੀਤਾ ਗਿਆ, ਵਸਾਇਆ ਗਿਆ। ਜਗਰਾਵਾਂ ਸ਼ਹਿਰ ਦਾ ਮੌਲਿਕ ਨਾਂ ਜਗਰ ਆਉਂ ਸੀ, ਜਿਸ ਦਾ ਅਰਥ ਹੈ ਹੜ੍ਹਾਂ ਦਾ ਘਰ। ਇਹ ਸੱਚ ਹੈ ਕਿ ਜਗਰਾਵਾਂ ਵਿੱਚ ਹਮੇਸ਼ਾ ਬਰਸਾਤਾਂ ਦੇ ਦਿਨਾਂ ਵਿੱਚ ਹੜ੍ਹ ਆਇਆ ਕਰਦੇ ਸਨ, ਤੇ ਲੱਪੇ ਸ਼ਾਹ ਬਾਬਾ ਦੀ ਇੱਕ ਭਵਿੱਖਬਾਣੀ ਵੀ ਹੈ ਕਿ ਜਿਸ ਦਿਨ ਲੱਪੇ ਸ਼ਾਹ ਦੇ ਸਥਾਨ ਤੇ ਇੱਕ ਤਸਵੀਰ ਬਣੀ ਹੋਈ ਹੈ, ਜਿਸ ਉੱਤੇ ਇੱਕ ਊਠ ਹੈ ਤੇ ਇੱਕ ਕੁੱਤਾ ਹੈ, ਜਿਸ ਦਿਨ ਉਸ ਊਠ ਦੇ ਪੈਰਾਂ ਨੂੰ ਹੜ੍ਹਾਂ ਦੇ ਪਾਣੀ ਨੇ ਛੂ ਲਿਆ ਤਾਂ ਉਸ ਦਿਨ ਜਗਰਾਵਾਂ ਡੁੱਬ ਜਾਏਗਾ। ਜਗਰਾਉਂ ਸ਼ਹਿਰ ਇੱਕ ਬਹੁਤ ਪੁਰਾਣਾ ਸ਼ਹਿਰ ਹੈ, ਜਿਸ ਦੇ 4 ਦਰਵਾਜ਼ੇ ਸਨ, ਔਰ ਉਹ 4 ਦਰਵਾਜ਼ੇ ਮੁਗਲ ਆਰਕੀਟੈਕਚਰ ਦਾ ਇੱਕ ਬਹੁਤ ਵੱਡਾ ਨਮੂਨਾ ਸਨ। ਸ਼ਹਿਰ ਦੇ ਅਗਰ ਭੂਗੋਲਿਕ ਪਾਸੋਂ ਵੇਖਿਆ ਜਾਏ ਤਾਂ ਸ਼ਹਿਰ ਦੇ ਉੱਤਰ ਵੱਲ ਸਤਲੁਜ ਦਰਿਆ ਜਿਹੜਾ 16 ਕਿਲੋਮੀਟਰ ਤੇ ਹੈ, ਦੱਖਣ ਵੱਲ ਰਾਏਕੋਟ ਜਿਹੜਾ 21 ਕਿਲੋਮੀਟਰ ਤੇ ਹੈ, ਪੂਰਬ ਵੱਲ ਲੁਧਿਆਣਾ ਜ਼ਿਲ੍ਹਾ ਜਿਹੜਾ 37 ਕਿਲੋਮੀਟਰ ਤੇ ਹੈ, ਤੇ ਇਸ ਦੇ ਪੱਛਮ ਵੱਲ ਮੋਗਾ ਜ਼ਿਲ੍ਹਾ ਹੈ ਜਿਹੜਾ ਕਰੀਬ 21 ਕਿਲੋਮੀਟਰ। ਜੇ ਜਗਰਾਵਾਂ ਵਿੱਚ ਛੋਟੇ-ਮੋਟੇ ਉਦਯੋਗਾਂ ਦੀ ਗੱਲ ਕਰੀਏ ਤਾਂ ਜਗਰਾਉਂ ਦੀ ਅਨਾਜ ਮੰਡੀ ਏਸ਼ੀਆ ਦੀ 3ਜੇ ਨੰਬਰ ਤੇ ਆਉਂਦੀ ਹੈ। ਜੇ ਜਗਰਾਵਾਂ ਵਿੱਚ ਰਾਈਸ ਸ਼ੈਲਰਸ ਦੀ ਗੱਲ ਕਰੀਏ ਤਾਂ ਕਰੀਬ 100 ਰਾਈਸ ਸ਼ੈਲਰਸ ਨੇ। ਬਹੁਤ ਜ਼ਿਆਦਾ ਰਾਈਸ ਸ਼ੈਲਰਸ ਦਾ ਕੰਮ ਜਗਰਾਵਾਂ ਵਿੱਚ ਕੀਤਾ ਜਾਂਦਾ ਆ। ਪਸ਼ੂਆਂ ਦੀ ਮੰਡੀ ਦੇ ਤੌਰ ਤੇ ਅੰਮ੍ਰਿਤਸਰ ਦੇ ਇਲਾਕੇ ਤੋਂ ਬਾਅਦ ਜਗਰਾਉਂ ਹੀ 2ਜੇ ਨੰਬਰ ਤੇ ਪੰਜਾਬ ਦਾ ਇੱਕ ਬਹੁਤ ਵੱਡਾ ਪਸ਼ੂਆਂ ਦਾ ਸੈਂਟਰ ਮੰਨਿਆ ਜਾਂਦਾ ਆ। ਇਸ ਤੋਂ ਇਲਾਵਾ ਇੱਟਾਂ ਦੇ ਭੱਠੇ, ਇਸ ਤੋਂ ਇਲਾਵਾ ਜਿਹੜੀਆਂ ਇੰਟਰਲੌਕ ਟਾਈਲਸ ਹੈ ਅੱਜ ਕੱਲ੍ਹ ਉਹਨਾਂ ਦਾ ਬਿਜ਼ਨਸ ਵੀ, ਐਗਰੀਕਲਚਰਲ ਇਕਵਿਪਮੈਂਟਸ ਜਿਹੜੇ ਯੰਤਰ ਐਗਰੀਕਲਚਰ ਦੇ ਆ ਉਸ ਦੇ, ਤੇ ਕੈਟਲ ਫੀਡ ਇੰਡਸਟਰੀਜ਼ ਔਰ ਫੈਕਟਰੀਜ਼ ਵੀ ਬਹੁਤ ਲੱਗੀਆਂ ਹੋਈਆਂ ਨੇ।
ਇਸ ਤਰ੍ਹਾਂ ਜਗਰਾਉਂ ਦੀ ਅਰਥ ਵਿਵਸਥਾ ਵਿੱਚ ਵਪਾਰ ਦਾ ਕਿਤੇ ਨਾ ਕਿਤੇ ਸੋਨੇ ਤੇ ਡਾਇਮੰਡ ਦਾ ਕੰਮ ਵੀ ਹੁੰਦਾ ਆ। ਇਸ ਤਰ੍ਹਾਂ ਬਸ ਛੋਟੀਆਂ ਵੱਡੀਆਂ ਉਦਯੋਗ ਲੱਗਣ ਕਰਕੇ ਇਹ ਜਗਰਾਵਾਂ ਦੇ ਵਿੱਚ ਥੋੜ੍ਹਾ ਬਹੁਤ ਕੰਮ ਅਜਿਹੇ ਹੁੰਦੇ ਰਹਿੰਦੇ ਆ। ਇਹ ਵੀ ਜਗਰਾਉਂ ਦੀ ਅਰਥ ਵਿਵਸਥਾ ਦਾ ਇੱਕ ਹਿੱਸਾ ਹੈ। ਇਸ ਸ਼ਹਿਰ ਦੀਆਂ ਕੁਝ ਧਾਰਮਿਕ ਤੇ ਇਤਿਹਾਸਿਕ ਘਟਨਾਵਾਂ ਵੀ ਹਨ, ਪਰੰਪਰਾਵਾਂ ਵੀ ਹਨ, ਜਿਨ੍ਹਾਂ ਨੇ ਮੈਨੂੰ ਬੜਾ ਪ੍ਰਭਾਵਿਤ ਕੀਤਾ ਹੈ। ਇਸ ਸ਼ਹਿਰ ਦੀ ਮੈਂ ਕੀ ਗੱਲ ਕਰਾਂ ਕਿ ਇਸ ਸ਼ਹਿਰ ਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਇੱਥੋਂ ਤੱਕ ਕਿ ਜੈਨ ਸਮੁਦਾਇ ਵੀ ਬੜੇ ਹੀ ਸੁਹਿਰਦਤਾ ਨਾਲ ਰਹਿੰਦੇ ਹਨ। ਜੇ ਸਿੱਖਾਂ ਦੀ ਗੱਲ ਕਰੀਏ ਤਾਂ ਗੁਰਦੁਆਰਾ ਨਾਨਕਸਰ ਦਾ ਬੜਾ ਹੀ ਪ੍ਰਮੁੱਖ ਗੁਰਦੁਆਰਾ ਹੈ। ਇਹ ਟੂਰਿਸਟ ਵਾਸਤੇ ਵੀ ਇੱਕ ਬਹੁਤ ਵੱਡਾ ਥਾਂ ਮੰਨਿਆ ਜਾਂਦਾ ਹੈ, ਜਿੱਥੇ ਸਿੱਖ ਸੰਗਤਾਂ ਆ ਕੇ ਆਪਣਾ ਮੱਥਾ ਟੇਕਦੀਆਂ ਹਨ। ਜੇ ਅਸੀਂ ਹਿੰਦੂਆਂ ਦੀ ਗੱਲ ਕਰੀਏ ਤਾਂ ਹਿੰਦੂਆਂ ਵਾਸਤੇ ਭੱਦਰਕਾਲੀ ਦਾ ਮੰਦਿਰ ਬੜਾ ਪ੍ਰਾਚੀਨ ਹੈ, ਸ਼ਿਵ ਮੰਦਿਰ ਬਹੁਤ ਪ੍ਰਾਚੀਨ ਹੈ। ਇਹ ਹਿੰਦੂਆਂ ਵਾਸਤੇ ਇੱਕ ਪੂਜਾ ਦਾ ਘਰ ਹੈ, ਬਹੁਤ ਮਾਨਤਾ ਮੰਨੀ ਜਾਂਦੀ ਹੈ। ਲੋਕ ਇੱਥੇ ਅਕੀਦਤ ਤੇ ਆਪਣੇ ਪੂਜਾ ਦੇ ਫੁੱਲ, ਆਪਣੇ ਸ਼ਰਧਾ ਦੇ ਫੁੱਲ ਚੜਾਉਂਦੇ ਹਨ। ਇਸ ਤੋਂ ਇਲਾਵਾ ਇੱਕ ਬਹੁਤ ਵੱਡੀ ਗੱਲ ਸਿੱਖਾਂ ਵਾਸਤੇ ਮੈਨੂੰ ਲੱਗਦੀ ਹੈ, ਮਹਿਦਿਆਣਾ ਸਾਹਿਬ ਦਾ ਗੁਰਦੁਆਰਾ ਹੈ, ਜਿਸ ਦੇ ਵਿੱਚ ਹਜੇ ਵੀ ਲਾਈਫ ਸਾਈਜ਼ ਦੇ ਸਟੈਚੂਜ਼ ਹਨ। ਉਹ ਸਟੈਚੂਜ਼ ਦਰਸਾਉਂਦੇ ਨੇ ਕਿ ਕਿਵੇਂ ਸਿੱਖ ਸੰਗਤਾਂ ਉੱਤੇ ਮੁਸਲਮਾਨੀ ਸ਼ਾਸਕਾਂ ਨੇ ਅਤਿਆਚਾਰ ਕੀਤੇ। ਇਹ ਇੱਕ ਤਰ੍ਹਾਂ ਦਾ ਇਤਿਹਾਸਿਕ ਪੱਖ ਹੈ, ਜਿਹੜਾ ਕਿ ਸਿੱਖੀ ਇਤਿਹਾਸ ਦਾ ਇੱਕ ਹਿੱਸਾ ਬਣ ਗਿਆ ਹੈ। ਇਸ ਤੋਂ ਇਲਾਵਾ ਇਸ ਸ਼ਹਿਰ ਦੀ ਅਗਰ ਮੈਂ ਜੈਨ ਸਮੁਦਾਇ ਦੀ ਗੱਲ ਕਰਾਂ ਤਾਂ ਜੈਨ ਸਮੁਦਾਇ ਦੀ ਇੱਕ ਸਮਾਧ ਹੈ, ਰੂਪਚੰਦ ਜੈਨ ਸਮਾਧ। ਇਹ ਬਹੁਤ ਹੀ ਵਧੀਆ ਜਗ੍ਹਾ ਹੈ, ਜਿੱਥੇ ਬੜਾ ਅੱਛਾ ਗਾਰਡਨ ਹੁੰਦਾ ਸੀ। ਮੈਂ ਜਦ ਪੁਰਾਣੇ ਜ਼ਮਾਨੇ ਦੀ ਗੱਲ ਕਰਦਾ ਹਾਂ ਤਾਂ ਇਸ ਸਮਾਧ ਉੱਤੇ ਹਰ ਸਾਲ ਮਾਰਚ ਦੇ ਮਹੀਨੇ ਵਿੱਚ ਇੱਕ ਦੀਕਸ਼ਾ ਸੰਮੇਲਨ ਕੀਤਾ ਜਾਂਦਾ ਹੈ, ਜਿਸ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਾਰੇ ਵਿਸ਼ਵ ਤੋਂ ਲੋਕ ਆ ਕੇ ਆਪਣੀ ਸ਼ਰਧਾ ਦੇ ਫੁੱਲ ਚੜਾਉਂਦੇ ਨੇ। ਮੁਸਲਮਾਨਾਂ ਦੀ ਖਾਨਕਾ ਹਜ਼ਰਤ ਬਾਬਾ ਮੋਹਕਮਦੀਨ ਦਾ ਇੱਕ ਮਹੱਤਵਪੂਰਨ ਥਾਂ, ਜਿਸ ਨੂੰ ਮੋਹਕਮਦੀਨ ਦੀ ਦਰਗਾਹ ਕਿਹਾ ਜਾਂਦਾ ਹੈ। ਇੱਥੇ ਇੱਕ ਬਹੁਤ ਵੱਡਾ ਰੋਸ਼ਨੀ ਦਾ ਮੇਲਾ ਫਰਵਰੀ ਦੇ ਤੀਸਰੇ ਹਫ਼ਤੇ ਲੱਗਦਾ ਹੈ, ਜਿਸ ਵਿੱਚ ਸਾਰੇ ਇਲਾਕੇ ਦੇ ਲੋਕ ਸ਼ਾਮਲ ਹੁੰਦੇ ਨੇ ਤੇ ਬੜੀਆਂ ਮਨੋਰੰਜਨ ਦੀਆਂ ਗੱਲਾਂ, ਮਨੋਰੰਜਨ ਦੇ ਕਾਰਜਕ੍ਰਮ ਹੁੰਦੇ ਨੇ। ਇਹ ਕਿਹਾ ਜਾਂਦਾ ਆ, ਆਰੀ 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 ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਪਾਰੀ, ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਪਾਰੀ। ਯਾਨੀ ਇਹ ਮੁਸਲਮਾਨਾਂ ਲਈ ਬਹੁਤ ਹੀ ਵੱਡਾ, ਇੱਥੋਂ ਤੱਕ ਕਿ ਪਾਕਿਸਤਾਨ ਹੋਰ ਦੂਸਰੇ ਦੇਸ਼ਾਂ ਤੋਂ ਵੀ ਕੁਝ ਲੋਕ ਆਉਂਦੇ ਨੇ ਤੇ ਆਪਣੇ ਅਕੀਦਤ ਦੇ ਫੁੱਲ ਚੜਾਉਂਦੇ ਨੇ ਇਸ ਮੋਹਕਮਦੀਨ ਦੀ ਖਾਨਗਾਹ ਉੱਤੇ। ਜਗਰਾਉਂ ਦਾ ਜਦੋਂ ਨਾਂ ਲੈਂਦੇ ਆ ਤਾਂ ਜਗਰਾਵਾਂ ਦਾ ਸ਼ਹਿਰ ਲਾਲਾ ਲਾਜਪਤ ਰਾਏ ਦਾ ਸ਼ਹਿਰ ਮੰਨਿਆ ਜਾਂਦਾ ਹੈ। ਲਾਲਾ ਲਾਜਪਤ ਰਾਏ ਮਿਸਰਪੁਰਾ ਬਾਜ਼ਾਰ ਵਿੱਚ ਜਿਨ੍ਹਾਂ 'ਚ ਉਹਨਾਂ ਜੱਦੀ ਘਰ ਹੈ, ਉਸ ਨੂੰ ਇਤਿਹਾਸਿਕ ਧਰੋਹਰ ਦੇ ਰੂਪ ਵਿੱਚ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਹੈ ਤੇ ਉੱਥੇ ਇੱਕ ਮਿਊਨਿਸਪਲ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ, ਜਿੱਥੇ ਲੋਕ ਕਿਤਾਬਾਂ ਅਤੇ ਅਲੱਗ-ਅਲੱਗ ਨਿਊਜ਼ਪੇਪਰ ਪੜ੍ਹਦੇ ਨੇ ਤੇ ਆਪਣੇ ਗਿਆਨ ਦੇ ਵਿੱਚ ਵਾਧਾ ਕਰਦੇ ਨੇ। ਇਸ ਸ਼ਹਿਰ ਦੀ ਇੱਕ ਹੋਰ ਖਾਸ ਸ਼ਖਸੀਅਤ ਕਰਨੈਲ ਸਿੰਘ ਗੋਆ ਦੇ ਵਿੱਚ ਸ਼ਹੀਦ ਹੋਇਆ। ਜਿਸ ਵੇਲੇ ਪੁਰਤਗਾਲ ਤੋਂ ਅਸੀਂ ਗੋਆ ਨੂੰ ਛੁਡਵਾਇਆ ਤਾਂ ਇਹ ਜਗਰਾਉਂ ਦਾ ਹੀ ਜੰਮਪਲ ਸੀ ਕਰਨੈਲ ਸਿੰਘ। ਜਗਰਾਉਂ ਸ਼ਹਿਰ ਨੂੰ ਇੱਕ ਹੋਰ ਵੀ ਬੜਾ ਵੱਡਾ ਮਾਣ ਹਾਸਲ ਹੈ। ਤੁਸੀਂ ਸ਼ਾਇਦ ਸੁਣਿਆ ਹੋਵੇਗਾ ਕਿ ਸਾਰਾਗੜ੍ਹੀ ਦਾ ਹਮਲਾ ਜਿਹੜਾ 1897 ਦੇ ਵਿੱਚ ਹੋਇਆ ਸੀ, ਉਸ ਵੇਲੇ ਜਗਰਾਵਾਂ ਦਾ ਹੀ ਤਹਿਸੀਲ ਦਾ ਇੱਕ ਬਛਿੰਦਾ, ਜਿਸ ਨੂੰ ਹਵਲਦਾਰ ਈਸ਼ਰ ਸਿੰਘ ਕਹਿੰਦੇ ਸਨ, ਉਸ ਨੇ 21 ਸਿੱਖਾਂ ਦੀ ਫੌਜ ਨਾਲ 10,000 ਅਫਗਾਨਾਂ ਨੂੰ ਭਜਾ ਦਿੱਤਾ। ਹੋਇਆ ਕਿ ਜਿਸ ਵੇਲੇ 10,000 ਅਫਗਾਨ ਹਮਲਾ ਕਰ ਰਹੇ ਸੀ ਸਾਰਾਗੜ੍ਹੀ ਕਿਲੇ ਉੱਤੇ, ਤਾਂ ਉਸ ਵੇਲੇ ਉਸ ਨੇ ਇਹ ਗੱਲ ਕਹੀ ਕਿ ਜਦੋਂ ਹੀ ਸਾਡੇ ਰੇਂਜ ਦੇ ਵਿੱਚ ਇਹ ਆ ਜਾਣਗੇ ਅਫਗਾਨ ਦੇ ਸਿਪਾਹੀ, ਤਾਂ ਉਸ ਵੇਲੇ ਅਸੀਂ ਸ਼ੂਟ ਕਰਾਂਗੇ। ਤਾਂ ਹਰ ਸਿਪਾਹੀ ਕੋਲੇ 400 ਗੋਲੀਆਂ ਸਨ, 100 ਉਹਨਾਂ ਦੀ ਜੇਬ ਦੇ ਵਿੱਚ ਸਨ, 300 ਉਹਨਾਂ ਕੋਲੇ ਅਲੱਗ ਸੀ। ਤਾਂ ਉਸ 400 ਗੋਲੀਆਂ ਵੀ ਚਲਾਈਆਂ ਉਹਨਾਂ ਨੇ। ਉਸ ਤੋਂ ਬਾਅਦ ਫਿਰ ਸਿੱਧਾ ਹਮਲਾ ਵੀ ਕੀਤਾ, ਤਲਵਾਰਾਂ ਨਾਲ ਹਮਲਾ ਕੀਤਾ। ਆਖਰ ਦੇ ਵਿੱਚ ਉਹਨਾਂ ਨੇ 21 ਸਿੱਖਾਂ ਦੀ ਫੌਜ ਨੇ 10,000 ਅਫਗਾਨੀਆਂ ਨੂੰ ਭਜਾ ਦਿੱਤਾ। ਇਹ ਸਾਡੇ ਲਈ ਇੱਕ ਬਹੁਤ ਵੱਡੀ ਮਾਣ ਦੀ ਗੱਲ ਹੈ। ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਗਰਾਵਾਂ ਦੇ ਦਿੱਤੇ ਹੋਏ ਸੰਸਕਾਰ, ਮੌਕੇ ਔਰ ਅਵਸਰ ਹਮੇਸ਼ਾ ਮੇਰੀ ਜ਼ਿੰਦਗੀ ਵਿੱਚ ਬੜੇ ਕੰਮ ਆਏ। ਨਾਟਕਾਂ ਦੇ ਕਾਰਨ ਹੀ ਮੈਂ ਜੈਪੁਰ ਟੀਵੀ ਦੇ ਉੱਤੇ, ਜੈਪੁਰ ਦੂਰਦਰਸ਼ਨ ਔਰ ਉਹਦੇ ਨਾਲ ਰੇਡੀਓ 'ਤੇ ਵੀ ਬਹੁਤ ਪ੍ਰੋਗਰਾਮ ਦਿੱਤੇ ਹੈ। ਇਹ ਕਾਰਨ ਸਾਰਾ ਜਗਰਾਵਾਂ ਦੇ ਕਾਲਜ ਟਾਈਮ ਦੇ ਉੱਤੇ ਮੇਰੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਸੀ, ਅਲੱਗ-ਅਲੱਗ
ਚਾਹੇ ਡਰਾਮਾ, ਚਾਹੇ ਐਲੋਕੇਸ਼ਨ, ਚਾਹੇ ਡਿਬੇਟ, ਚਾਹੇ ਸਿੰਗਿੰਗ, ਚਾਹੇ ਕੋਈ ਵੀ NCC NSS, ਉਹਨਾਂ ਕਾਰਨਾਂ ਕਰਕੇ ਜੇ ਮੈਨੂੰ ਵਿਸ਼ਵਾਸ ਪੈਦਾ ਕੀਤਾ ਮੇਰੇ ਵਿੱਚ, ਉਹਨਾਂ ਐਕਟੀਵਿਟੀਜ਼ ਨੇ ਮੇਰੇ ਲਈ ਕਿ ਐਸਾ ਵਿਸ਼ਵਾਸ ਪੈਦਾ ਕੀਤਾ ਕਿ ਮੈਂ ਕਿਸੇ ਵੀ ਸਟੇਜ ਉੱਤੇ, ਕਿਸੇ ਵੀ ਥਾਂ ਉੱਤੇ ਮੈਂ ਆਪਣਾ ਕੋਈ ਪ੍ਰੋਗਰਾਮ ਦੇ ਦਿੰਦਾ। ਇਹੀ ਕਾਰਨ ਹੈ ਕਿ ਮੇਰੇ ਜਿਹੜੇ ਨਾਟਕ ਦੇ ਖਾਸ ਤੌਰ ਤੇ ਜਿਹੜੇ ਵਿਦਿਆਰਥੀ, ਜਿਵੇਂ ਰਾਜਾ ਭੰਡਾਰੀ USA ਵਿੱਚ ਬੈਠਾ ਆ, ਕਿਸ਼ਨ ਕੈਸ ਵੀ US ਵਿੱਚ ਬੈਠਾ ਆ, ਇਸ ਤਰ੍ਹਾਂ ਭੰਮੀਪੁਰਾ ਮੁੰਡਾ ਇੰਗਲੈਂਡ ਦੇ ਵਿੱਚ ਗਿਆ। ਖਾਸ ਤੌਰ ਤੇ ਮੈਂ ਧੰਨਵਾਦ ਦੇਣਾ ਚਾਹਾਂਗਾ ਪ੍ਰੋਫੈਸਰ ਮੋਹਨ ਲਾਲ ਸ਼ਰਮਾ, ਜਿਹੜੇ ਹੁਣ ਸਾਡੇ ਵਿੱਚ ਨਹੀਂ ਰਹੇ, ਤੇ ਤਾਰਾ ਆਲਮ ਨੂੰ, ਜਿਨ੍ਹਾਂ ਨੇ ਗੇਂਦਾਮਲ ਸਰਾਂ ਦੇ ਵਿੱਚ ਮੇਰਾ ਪਹਿਲਾ ਇੱਕ ਬਹੁਤ ਵੱਡਾ ਨਾਟਕ, ਚੰਗਾ ਨਾਟਕ ਜਿਹੜਾ ਚੰਗੀ ਪੱਧਰ ਦਾ ਸੀ, ਉਹ ਖਿਡਾਇਆ ਗਿਆ। ਉਹ ਸੀ ਸੱਤਿਆ ਕਥਾ। ਜਿਹੜੀ ਇੱਛਾ ਹੈ ਹਮੇਸ਼ਾ ਜਗਰਾਵਾਂ ਨਾਲ ਜੁੜੀ ਰਹਿੰਦੀ ਹੈ। ਮੇਰਾ ਦਿਮਾਗ ਹਮੇਸ਼ਾ ਜਗਰਾਓਂ ਵੱਲ ਰਹਿੰਦਾ ਆ, ਕਾਰਨ ਕਿ ਮੇਰੇ ਹਜੇ ਵੀ ਵੱਡੇ ਭਰਾ, ਮੇਰੇ ਬਹੁਤ ਸਾਰੇ ਮਿੱਤਰ, ਮੇਰੇ ਬਹੁਤ ਸਾਰੇ ਜਾਣ ਪਹਿਚਾਣ ਦੇ ਲੋਕ, ਮੇਰੇ ਰਿਸ਼ਤੇਦਾਰ ਸਾਰੇ ਪੰਜਾਬ ਵਿੱਚ ਨੇ, ਤੇ ਉਹਨਾਂ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਮੈਂ ਆਪਣੇ ਟੀਚਰ, ਜਿਵੇਂ ਪ੍ਰਿੰਸੀਪਲ ਬਜਾਜ ਸਾਹਿਬ ਸਨ, ਪ੍ਰੋਫੈਸਰ ਮੋਹਨ ਲਾਲ ਜੀ ਸਾਡੇ ਨਾਲ ਨਹੀਂ ਰਹੇ, ਲੇਕਿਨ ਉਹਨਾਂ ਦੀ ਯਾਦ, ਇਸ ਤੋਂ ਇਲਾਵਾ ਜਿੰਨੇ ਵੀ ਮੇਰੇ ਸਾਥੀ ਪ੍ਰੋਫੈਸਰ ਬਾਂਸਲ ਤੇ ਕਰਮ ਸਿੰਘ, ਜਿਨ੍ਹਾਂ ਨੇ ਮੇਰੇ ਨਾਲ ਪੜ੍ਹਾਇਆ, ਚਾਹੇ ਗੁਰਭਜਨ ਗਿੱਲ ਹੋਵੇ, ਚਾਹੇ ਉਪਾਧਿਆਇ ਸਾਹਿਬ ਹੋਣ, ਚਾਹੇ ਸੁਦਰਸ਼ਨ ਗੁਪਤਾ ਹੋਵੇ, ਰੋਲ ਹੈ ਜਗਰਾਓਂ ਦੀਆਂ ਹੀ ਲੋਕਾਂ ਦੀਆਂ ਸ਼ੁਭ ਇੱਛਾਵਾਂ ਤੇ ਸ਼ੁਭ ਕਾਮਨਾਵਾਂ ਹੈ, ਜਿਹਦੇ ਕਾਰਨ ਮੈਂ ਹਮੇਸ਼ਾ ਜ਼ਿੰਦਗੀ 'ਚ ਕਾਮਯਾਬ ਰਿਹਾ ਹਾਂ। ਬਹੁਤ ਬਹੁਤ ਧੰਨਵਾਦ। ਜਗਰਾਉਂ ਸ਼ਹਿਰ ਦੇ ਚਾਰੋਂ ਪਾਸੇ ਸੰਨਿਆਸੀਆਂ ਡੇਰੇ ਲਾਏ, ਕਈ ਅਮੀਰ ਸ਼ੇਖ ਬਾਦਸ਼ਾਹ ਪੁੱਤਰ ਦਾਤ ਲਈ ਇੱਥੇ ਆਏ। ਪੰਜ ਪੀਰੀ ਸ਼ਹਿਰ ਦੇ ਵਿੱਚੋਂ, ਪੰਜ ਪੀਰੀ ਸ਼ਹਿਰ ਦੇ ਵਿੱਚੋਂ ਉਹਨਾਂ ਮਨਵਾ ਛਤ ਫਲ ਪਾਏ। ਮੁਸੱਵਰ ਕਵੀਆਂ, ਕਿੱਸਾਕਾਰਾਂ, ਨਾਟਕਕਾਰਾਂ ਦਾ ਠਿਕਾਣਾ। ਜਗਰਾਵਾਂ ਠੰਡੀਆਂ ਛਾਵਾਂ, ਅਜੀਤ ਪਿਆਸੇ ਲਿਖਿਆ ਏ ਅਫਸਾਨਾ, ਅਜੀਤ ਪਿਆਸੇ ਲਿਖਿਆ ਏ ਅਫਸਾਨਾ। ਆਰੀ 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 ਬਾਬਾ ਜੀ ਜਗਰਾਵਾਂ ਨੂੰ, ਕੀਤੀ ਬਖਸ਼ਿਸ਼ ਪਾਰ ਬਾਬਾ ਜੀ ਜਗਰਾਵਾਂ ਨੂੰ। ਸਭ ਵੀਡੀਓ ਦੇਖਣ ਵਾਲੇ, ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਇਹ ਜੋ ਜਗਰਾਵਾਂ ਠੰਡੀਆਂ ਛਾਵਾਂ, ਇਹਦੇ ਤੇ ਡਾਕੂਮੈਂਟਰੀ ਫਿਲਮ ਬਣਾ ਰਹੇ ਹਾਂ। ਜਗਰਾਓਂ ਬਾਰੇ ਬਹੁਤ ਲੋਕਾਂ ਨੇ ਆਪਣੇ ਆਪਣੇ ਹਿਸਾਬ ਨਾਲ ਇਹਦਾ ਨਾਮ ਦੱਸਿਆ। ਇਤਿਹਾਸ ਵਿੱਚ ਜਗਰਾਣੇ ਦੇ ਨਾਂ ਤੋਂ ਜਗਰਾਵਾਂ ਬਣਿਆ, ਕੁਛ ਕਹਿੰਦੇ, ਪਰ ਆਪਣਾ ਆਪਣਾ ਅਨੁਭਵ ਹੈ। ਜਗਰਾਵਾਂ ਮੇਰੇ ਖਿਆਲ ਕੋਈ ਵਿਅਕਤੀ ਸੀ ਜਿਹੜਾ ਜਗਰਾਵਾਂ, ਜਿਹੜਾ ਕਹਿੰਦੇ ਜਿਵੇਂ ਜੱਗ 'ਚ ਸਦਾ ਰਹਾਂ, ਸਦਾ ਰਹਿਣ ਵਾਲਾ। ਔਰ ਇਹ ਤਮੰਨਾ ਹੋਣੀ ਵੀ ਚਾਹੀਦੀ ਹੈ, ਇੰਨਾ ਆਸ਼ਾਵਾਦੀ ਹੋਣਾ ਚਾਹੀਦਾ ਬੰਦਾ ਕਿ ਮੈਂ ਐਸਾ ਕੰਮ ਕਰ ਜਾਵਾਂ ਕਿ ਸਦਾ ਰਵਾਂ। ਸੋ ਜਗਰਾਵਾਂ ਜਿਹੜਾ ਹੈ, ਇਹ ਉਹ ਵਿਅਕਤੀ, ਇੱਕ ਮਨੁੱਖ ਜਾਂ ਪਹਿਲਾ ਮਨੁੱਖ ਕੋਈ, ਜਿਹਨੇ ਇਹ ਤਮੰਨਾ ਕੀਤੀ ਔਰ ਰੱਬ ਨੇ ਉਹਦੇ ਤਮੰਨਾ ਪਾਈ ਇਹ ਕਿ ਮੈਂ ਸੰਸਾਰ 'ਤੇ ਸਦਾ ਰਵਾਂ, ਇਹ ਜੱਗ 'ਤੇ ਰਵਾਂ। ਅਤੇ ਇਸੇ ਕਰਕੇ ਜਗਰਾਵਾਂ ਠੰਡੀਆਂ ਛਾਵਾਂ, ਜੋ ਅਸੀਂ ਰਲ ਕੇ ਦੋਸਤਾਂ ਮਿੱਤਰਾਂ ਨੇ ਇੱਥੇ ਆਪਣੇ ਸਮੇਂ ਵਿੱਚ ਕੰਮ ਕੀਤਾ, ਜਿਵੇਂ ਵੱਡੇ ਕੰਮ ਜਿਹੜੇ ਸੀ, ਉਹਨਾਂ ਦੇ ਵਿੱਚ ਸਾਡੇ ਨਾਲ ਜਿਹੜੇ ਸਨ, ਸਭ ਤੋਂ ਮੁੱਖ ਸਾਡੇ ਸਹਿਯੋਗੀ, ਸਾਡੇ ਗਾਈਡ ਜਿਹੜੇ ਸੀ ਪ੍ਰੋਫੈਸਰ ਮੋਹਨ ਲਾਲ ਸ਼ਰਮਾ। ਇਸ ਤੋਂ ਇਲਾਵਾ ਸਾਇੰਸ ਕਾਲਜ ਦੇ ਡਾਇਰੈਕਟਰ ਮਨਮੋਹਨ ਸਿੰਘ। ਕਿਉਂਕਿ ਜਿਹੜੇ ਵੱਡੇ ਕੰਮ ਅਸੀਂ ਜਿਵੇਂ ਮੰਨ ਲਓ ਸ਼ਹਿਰ ਲਈ ਜਾਂ ਆਪਣੇ ਸ਼ਹਿਰ ਲਈ, ਆਪਣੇ ਪਰਿਵਾਰ ਲਈ, ਆਪਣੇ ਜਿਹੜੀ ਜ਼ਰੂਰੀ ਗੱਲਾਂ, ਉਹਨਾਂ ਲਈ ਕੋਈ ਕੰਮ ਕਰਨਾ, ਉਹਨਾਂ ਲਈ ਟਾਈਮ ਕੱਢਣਾ, ਉਹਨਾਂ ਲਈ ਤੁਹਾਡੇ 'ਚ ਜਨੂੰਨ ਹੋਣਾ ਇੱਕ ਵਧੀਆ ਗੱਲ ਹੈ। ਜਿਹੜਾ ਸਾਇੰਸ ਕਾਲਜ ਸੀ, ਇਸ ਨੂੰ ਚੱਕ ਕੇ ਲਿਜਾਇਆ ਜਾ ਰਿਹਾ ਸੀ ਬਿਨਾਂ ਕਿਸੇ ਗੱਲ ਤੋਂ, ਧੱਕੇ ਨਾਲ।
ਉਹਦੇ ਖਿਲਾਫ ਹਾਈ ਕੋਰਟ ਵਿੱਚ ਅਸੀਂ ਚੰਡੀਗੜ੍ਹ ਮੁਕੱਦਮਾ ਦਾਇਰ ਕੀਤਾ ਗਵਰਨਮੈਂਟ ਦੇ ਖਿਲਾਫ। ਉਦੋਂ ਐਮਰਜੈਂਸੀ ਲੱਗੀ ਹੋਈ ਸੀ ਹਾਲਾਂਕਿ, ਤੇ ਉਹਦੇ ਲਈ ਸਾਨੂੰ ਪਹਿਲੀ ਵਾਰੀ ਹਾਰ ਦਾ ਮੂੰਹ ਦੇਖਣਾ ਪਿਆ। ਦੂਸਰੀ ਵਾਰੀ ਫਿਰ ਸਾਨੂੰ ਉਹਨਾਂ ਨੇ ਡਾਇਰੈਕਟਰ ਸਾਹਿਬ ਨੇ ਗਾਈਡ ਕੀਤਾ, ਨਾਲ ਜਗਦੇਵ ਸਿੰਘ ਗਿੱਲ ਪ੍ਰੋਫੈਸਰ ਉੱਥੇ ਰੂਮੀ ਦੇ ਰਹਿਣ ਵਾਲੇ ਉਹ ਸਨ, ਹਰਮਿੰਦਰ ਸਿੰਘ ਸਾਨੀ ਤੇ ਜੋਗਿੰਦਰ ਆਜ਼ਾਦ, ਅਸ਼ੋਕ ਗਾਂਧੀ। ਇਹ ਸਾਡੇ ਮੇਨ ਜਿਹੜੇ ਸੀ ਬੰਦੇ ਇਸ ਕੰਮ ਦੇ ਵਿੱਚ ਇਨਵੋਲਵ ਸੀ ਉਸ ਵੇਲੇ। ਹਿੰਮਤ ਵਰਮਾ ਜਿਹੜੇ ਵਿੱਚ ਸਾਡੇ ਕਲੱਬ ਦੇ ਜਿਹੜੇ ਮੈਂਬਰ ਸੀ ਉਹਨਾਂ ਦਾ ਜ਼ਿਕਰ ਕਰਦੇ ਹਾਂ ਮੈਂ ਪਹਿਲਾਂ ਕਿ ਇਹ ਜਿਹੜੇ ਬੰਦੇ ਆ ਜਿਵੇਂ ਪੁਸ਼ਪਿੰਦਰ ਸਿੰਗਲਾ, ਇਸ ਤੋਂ ਇਲਾਵਾ ਵਰਿੰਦਰ ਸ਼ਰਮਾ ਜੀ, ਅਜੀਤ ਪਿਆਸਾ, ਦਿਆਲ ਚੰਦ, ਪੱਪੀ ਕਪੂਰ ਜਿਨ੍ਹਾਂ ਦਾ ਨਾਮ ਸੁਤੰਤਰ ਕਪੂਰ ਪੂਰਾ ਨਾਮ, ਕਾਲੀਆ ਸਟੂਡੀਓ ਵਾਲੇ ਪਵਨ ਕਾਲੀਆ, ਇਸ ਤੋਂ ਇਲਾਵਾ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਮੇਰੇ ਬ੍ਰਦਰ ਡਾਕਟਰ ਇਕਬਾਲ ਸਿੰਘ, ਇਸ ਤੋਂ ਜਿਨ੍ਹਾਂ ਕਿਉਂਕਿ ਮੇਰਾ ਇਲਾਕਾ ਰਹਿਣ ਦਾ ਅਗਵਾੜ ਡਾਲਾ ਸੀ ਅਤੇ ਕੰਮ ਕਰਨ ਦਾ ਖੇਤਰ ਮੇਰਾ ਜਿਹੜਾ ਸੀ ਉਹ ਜਿਵੇਂ ਤਹਿਸੀਲ ਹੋ ਗਿਆ ਅਤੇ ਜਗਰਾਓਂ ਕਾਲਜ ਹੋ ਗਿਆ, ਇਸ ਤੋਂ ਇਲਾਵਾ ਰਾਮ ਲਾਲ ਦੇ ਸਾਹਮਣੇ ਇੱਕ ਕਾਫੀ ਹਾਊਸ ਹੁੰਦਾ ਸੀ ਉਹ ਹੋ ਗਿਆ। ਸੋ ਇਹ ਸਾਰਾ ਕੁਛ ਜਿਹੜਾ ਰਲ ਕੇ ਅਸੀਂ ਕੰਮ ਕਰਦੇ ਸਾਂ ਉਦੋਂ ਇਹ ਬੜੀ ਹੋਪ ਸੀ, ਆਸ ਸੀ ਕਿ ਦੇਸ਼ ਸੁਧਰੂਗਾ, ਐਡਵਾਂਸ ਹੋਊਗਾ, ਬੜਾ ਅੱਗੇ ਚਲਾ ਜਾਊਗਾ। ਜਗਰਾਵਾਂ ਸ਼ਹਿਰ ਦੇ ਵਿੱਚ ਪ੍ਰੋਫੈਸਰ ਮੋਹਨ ਲਾਲ ਸ਼ਰਮਾ ਦੇ ਅਤੇ ਜਿੰਨੇ ਹੋਰ ਸੱਜਣ ਮਿੱਤਰ ਸੀ, ਰਜਿੰਦਰ ਜਿੰਦਲ ਸੀ, ਕਈਆਂ ਦੇ ਨਾਮ ਸ਼ਾਇਦ ਵਿਸਰ ਜਾਣ, ਪਰ ਉਹਨਾਂ ਸਾਰਿਆਂ ਰਲ ਕੇ ਬਹੁਤ ਵਧੀਆ ਕੰਮ ਕੀਤੇ। ਹਰਜੀਤ ਸਿੰਘ ਜਿਹੜੇ ਕਿ ਅਸਿਸਟੈਂਟ ਪ੍ਰੋਡਿਊਸਰ ਰਹੇ ਦੂਰਦਰਸ਼ਨ ਦੇ, ਉਹਨਾਂ ਦੀ ਸਹਿਯੋਗ ਨਾਲ ਲਾਈਟ ਐਂਡ ਸਾਊਂਡ ਪ੍ਰੋਗਰਾਮ ਕੀਤਾ ਗਿਆ ਧੂਲ ਚ ਲਿਪਟੇ ਸਾਜ। ਬਹੁਤ ਕਮਾਲ ਦਾ ਪ੍ਰੋਗਰਾਮ, ਬਹੁਤ ਵਧੀਆ ਪ੍ਰੋਗਰਾਮ ਸੀ ਜਿਹਦੇ 'ਚ ਇਲਾਹੀ ਜਾਨ ਦਾ ਜ਼ਿਕਰ ਵੀ ਹੁੰਦਾ ਸੀ ਅਤੇ ਅਮਿਤੋਜ ਮਸਤੀ ਵਰਗੇ ਬੰਦੇ ਅਤੇ ਹੋਰ ਪੂਰੀ ਦੀ ਪੂਰੀ ਟੀਮ ਦੂਰਦਰਸ਼ਨ ਦੀ ਜਗਰਾਵਾਂ ਵਿੱਚ 3 ਦਿਨ ਰਹੀ। ਅਤੇ ਇਸ ਤੋਂ ਬਿਨਾਂ ਸਿਨੇਮੇ ਵਿੱਚ ਮੇਰ ਮਿੱਤਲ ਨੂੰ ਬੁਲਾ ਕੇ ਅਤੇ ਕਲੱਬ ਨੇ ਸਾਡੀ ਨੇ ਅਤੇ ਨੌਜਵਾਨ ਭਾਰਤ ਸਭਾ ਨੇ ਰਲ ਕੇ ਡਰਾਮਾ ਇੱਕ ਲਾਈਵ ਸ਼ੋਅ ਕੀਤਾ। ਸਾਰੇ ਜਿੰਨੇ ਸ਼ੋਅ ਕੀਤੇ ਉਹਨਾਂ ਵੇਲਿਆਂ 'ਚ ਸਾਨੂੰ ਲੋਕਾਂ ਨਾਲ ਇੰਨਾ ਪਿਆਰ ਸੀ, ਇੰਨੀ ਆਪਣਾ ਹੋ ਗਈ ਸੀ ਕਿ ਸਭਨਾਂ ਨੇ ਉਹ ਟਿਕਟ 'ਤੇ ਸ਼ੋਅ ਦੇਖੇ। ਅਤੇ ਇਸ ਤੋਂ ਬਿਨਾਂ ਜਿਹੜਾ ਕੋਈ ਵੀ ਫੰਕਸ਼ਨ ਹੁੰਦਾ ਕਿਸੇ ਕਾਲਜ ਵਿੱਚ, ਕਿਸੇ ਸਕੂਲ ਵਿੱਚ, ਉੱਥੇ ਓਰੀਅਨ ਕਲੱਬ ਦੀ ਸ਼ਮੂਲੀਅਤ ਜ਼ਰੂਰ ਹੁੰਦੀ। ਇਹਦੇ 'ਚ ਕਲਾਕਾਰਾਂ ਦਾ ਬਹੁਤ ਵੱਡਾ ਰੋਲ ਲਿਆ, ਜਿਵੇਂ ਸ਼ਾਂਤੀ ਗਾਂਧੀ, ਅਮਰ ਪੇਂਟਰ ਹੈ, ਇਸ ਤੋਂ ਇਲਾਵਾ ਜਿਹੜੇ ਸ਼ਾਇਰ ਸੀ ਸਾਡੇ ਨਾਲ ਜੀਤਾ ਸਿੰਘ ਦੁਖੀ, ਹਾਂਜੀ, ਉਹ ਜਿੰਨੇ ਵੀ ਸਾਡੇ ਵਧੀਆ, ਭਾਵੇਂ ਉਹ ਅੱਜ ਦੁਨੀਆ 'ਚ ਹੈਗੇ ਕਿ ਨਹੀਂ ਹੈਗੇ ਉਹ ਵੱਖਰੀ ਗੱਲ ਹੈ, ਉਹ ਕਿਉਂਕਿ ਬਹੁਤ ਲੰਬਾ ਹੋ ਜਾਣਾ ਕਿੱਸਾ, ਫਿਰ ਜਿਸ ਤਰ੍ਹਾਂ ਛੇੜਾਂਗੇ। ਸੁਭਾਸ਼ ਸ਼ਰਮਾ ਜਿਹੜੇ ਬਹੁਤ ਵਧੀਆ ਸਿੰਗਰ ਸਨ, ਸੱਤਰ ਅਜੀਤ ਸ਼ਰਮਾ, ਇਹ ਸਾਰਿਆਂ ਰਲ ਕੇ ਗਾਇਕੀ ਨੂੰ ਅਤੇ ਪੋਇਟਰੀ ਨੂੰ, ਦੂਸਰੇ ਪਾਸੇ ਪੇਂਟਿੰਗ ਨੂੰ ਬਹੁਤ ਵਧੀਆ ਢੰਗ ਨਾਲ ਸ਼ਹਿਰ ਵਿੱਚ ਪ੍ਰਫੁੱਲਿਤ ਕੀਤਾ ਅਤੇ ਅੱਜ ਵੀ ਪ੍ਰਫੁੱਲਿਤ ਹੋ ਰਹੀ ਹੈ ਆਪਣੇ ਢੰਗ ਨਾਲ। ਪਰ ਇਸ ਸ਼ਹਿਰ ਦੀ ਜਿਹੜੀ ਇਹ ਡਾਕੂਮੈਂਟਰੀ ਹੈ, ਫਿਲਮ ਹੈ, ਇਹਦੇ ਵਿੱਚ ਜਿਨ੍ਹਾਂ ਦੋਸਤਾਂ ਨੇ ਹੁਣ ਸਾਥ ਨਿਭਾਇਆ, ਜਿਨ੍ਹਾਂ ਵਿੱਚੋਂ ਖਾਸ ਕਰਕੇ ਪ੍ਰੋਫੈਸਰ ਗੁਰਭਜਨ ਗਿੱਲ, ਬਹੁਤ ਮੇਰੇ ਪਿਆਰੇ ਮਿੱਤਰ, ਬੜੇ ਹੀ ਨਿੱਘੇ ਸੁਭਾਅ ਵਾਲੇ, ਬਹੁਤ ਜਿਨ੍ਹਾਂ ਨੂੰ ਮੈਂ ਆਪਣੇ ਦਿਲੋਂ ਇਹ ਕਹਿਣਾ ਕਿ ਉਹ ਪੰਜਾਬੀ ਦਾ ਐਨਸਾਈਕਲੋਪੀਡੀਆ। ਇਸ ਤੋਂ ਇਲਾਵਾ ਮੋਹਨ ਲਾਲ ਗੋਇਲ ਜੀ ਜਿਹੜੇ ਕਿ ਰਾਜਸਥਾਨ 'ਚ ਬੈਠੇ ਪੰਜਾਬੀ ਬਾਰੇ, ਪੰਜਾਬੀਅਤ ਬਾਰੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ, ਅੱਜ ਵੀ ਆਪਣੀ ਕਲਾ ਦੇ ਖੇਤਰ 'ਚ ਉਹ ਪੂਰੇ ਸਰਗਰਮ ਨੇ। ਇਸ ਤੋਂ ਇਲਾਵਾ ਪ੍ਰੋਫੈਸਰ ਮਿਸ਼ਰਾ ਜੀ
ਮਾਸਟਰ ਅਵਤਾਰ ਸਿੰਘ, ਹਰਕੋਮਲ ਬਰਿਆਰ, ਬਹੁਤ ਅੱਛੇ ਡਾਕਟਰ ਗੋਇਲ ਸਾਹਿਬ ਹੋਮਿਓਪੈਥੀ ਵਾਲੇ, ਜਿਹੜੇ ਅੱਜ ਕੱਲ੍ਹ ਉਹਨਾਂ ਦਾ ਜਗਰਾਵਾਂ ਵਿੱਚ ਸਭ ਤੋਂ ਉਹਨਾਂ ਦਾ ਵਧੀਆ ਨਾਮ ਹੈ ਹਰ ਪੱਖ ਤੋਂ। ਅੱਛੇ ਇਨਸਾਨ ਵੀ ਨੇ, ਅੱਛੇ ਫਿਜ਼ੀਸ਼ੀਅਨ ਵੀ ਨੇ, ਡਾਕਟਰ ਵਿਨੋਦ ਨੇ। ਇਸ ਤੋਂ ਇਲਾਵਾ ਗੱਲ ਕਰਦਾ ਜਾਵਾਂ ਕਿ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮੇਰੇ ਗੀਤ ਗਾਏ ਉਹ ਹਰਵਿੰਦਰ ਸਿੰਘ ਨਾਨਕਸਰ ਵਾਲੇ, ਜਿਨ੍ਹਾਂ ਨੇ ਮੇਰੇ ਗੀਤ ਨੂੰ ਗਾਇਆ ਫਿਲਮ ਵਿੱਚ, ਉਹ ਕ੍ਰਿਸ਼ਨ ਕੈਸ ਜਿਹੜੇ ਕਿ ਅੱਜ ਕੱਲ੍ਹ ਅਮਰੀਕਾ 'ਚ ਨੇ, ਜਿਨ੍ਹਾਂ ਨੇ ਮੇਰੇ ਗੀਤ ਨੂੰ ਗਾ ਕੇ ਗਰੁੱਪ ਸੌਂਗ ਦੇ ਵਿੱਚ ਯੂਨੀਵਰਸਿਟੀ 'ਚੋਂ ਟਰੋਫੀ ਵਿਨ ਕੀਤੀ ਤੇ ਸਾਰੇ ਪੰਜਾਬ ਦੇ ਕਾਲਜ ਵਿੱਚ ਉਹ ਗੀਤ ਨੇ ਟੂਰ ਕੀਤਾ। ਹਿੰਦੁਸਤਾਨ ਦਾ ਨਾ ਪਾਕਿਸਤਾਨ ਦਾ, ਉਹ ਗੀਤ ਗਾਈਏ ਸਾਰੇ ਜਹਾਨ ਦਾ। ਇਸ ਤਰ੍ਹਾਂ ਹੀ ਜਿਹੜੀ ਕ੍ਰਿਸ਼ਨ ਕੈਸ ਉਹਨਾਂ ਨੇ ਗਜ਼ਲ ਗਾਈ ਸੀ ਉਹ ਸੀ ਕੌਣ ਚੁਰਾ ਕੇ ਲੈ ਗਿਆ ਈਮਾਨ ਮੇਰੇ ਸ਼ਹਿਰ ਦਾ, ਹਾਏ ਕਿੰਨਾ ਗਿਰ ਗਿਆ ਇਨਸਾਨ ਮੇਰੇ ਸ਼ਹਿਰ ਦਾ। ਅੱਜ ਵੀ ਇਹ ਗੱਲ ਸਾਡੇ ਸਮਾਜ ਦੇ ਉੱਤੇ, ਸਾਡੀ ਜਿਹੜੀ ਹਾਲਤ ਹੈ ਇਸ ਵੇਲੇ, ਉਹਦੇ 'ਤੇ ਪੂਰੀ ਕਰਦੀ ਹੈ। ਸੋ ਜਿਨ੍ਹਾਂ ਮਿੱਤਰਾਂ ਦੋਸਤਾਂ ਨੇ ਇਸ ਫਿਲਮ ਲਈ ਕੰਮ ਕੀਤਾ, ਜਿਹਦੇ ਵਿੱਚ ਮੈਂ ਹੁਣ ਜਿਹੜੇ ਵੱਡੇ ਨਾਮ ਹੈ ਉਹਨਾਂ ਦਾ ਜ਼ਿਕਰ ਕਰਦਾ ਜਾਵਾਂ। ਅਜੀਤ ਸਿੰਘ ਉਹਨਾਂ ਦਾ ਬਹੁਤ ਵੱਡਾ ਕੰਮ ਹੈ। ਇਸ ਤੋਂ ਇਲਾਵਾ ਬਹੁਤ ਵੱਡਾ ਕੰਮ ਜਿਹੜਾ ਬਲਦੇਵ ਗਿੱਲ, ਜਿਨ੍ਹਾਂ ਨੇ ਚੰਦ ਪ੍ਰਦੇਸੀ ਫਿਲਮ ਵਾਰਸ ਤੇ ਚਾਰ ਸਾਹਿਬਜ਼ਾਦੇ ਵਰਗੀਆਂ ਫਿਲਮਾਂ ਲਿਖੀਆਂ, ਔਰ ਗੁਰੂ ਤੇਗ ਬਹਾਦਰ ਸਾਹਿਬ 'ਤੇ ਫਿਲਮ ਜਿਹੜੀ ਉਹਨਾਂ ਦੀ ਹੁਣ ਹਲੇ ਲਿਖ ਰਹੇ ਆ ਰਹੀ ਹੈ, ਆਊਗੀ। ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਕਾਫੀ ਕਲਾਕਾਰ, ਇਹ ਮਿੱਟੀ ਜਿਹੜੀ ਉਪਜਾਊ ਮਿੱਟੀ ਇਸ ਸ਼ਹਿਰ ਦੀ, ਇਹਨੇ ਬਹੁਤ ਵਧੀਆ ਕਲਾਕਾਰ ਦਿੱਤੇ, ਬਹੁਤ ਪੋਇਟ ਦਿੱਤੇ, ਜਿਵੇਂ ਬੁੱਧਵਾਲ ਦੇ ਸੀਗੇ ਕਿਸ਼ੋਰ ਚੰਦ ਬੁੱਧਵਾਲੀਆ, ਉਹ ਕਿੱਸਾਕਾਰ ਹੋਏ। ਇਹ ਜਿਹੜਾ ਕੰਮ ਹੈ, ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸਾਰੀ ਟੀਮ ਨੇ ਕੰਮ ਕੀਤਾ ਤੇ ਪ੍ਰੋਫੈਸਰ ਮੋਹਨ ਲਾਲ ਸ਼ਰਮਾ ਜੀ ਦੇ ਬੇਟੇ ਬੁਲੇਸ਼ ਸ਼ਰਮਾ, ਉਹਨਾਂ ਨੇ ਵੀ ਸਾਡਾ ਸਹਿਯੋਗ ਦਿੱਤਾ। ਕ੍ਰਿਸ਼ਨ ਕਮਲ ਉਹਨਾਂ ਨੇ, ਜਿਨ੍ਹਾਂ ਨੇ ਕਿ ਫੋਟੋਗ੍ਰਾਫੀ ਦੇ ਫੀਲਡ ਵਿੱਚ ਇੱਕ ਨਵੀਂ ਪਿਰਤ ਪਾਈ ਸੀ ਆਪਣੇ ਵੇਲੇ, ਜਿਹਦਾ ਕੋਈ ਜਵਾਬ ਨਹੀਂ। ਅੱਜ ਕੱਲ੍ਹ ਉਹਨਾਂ ਦੇ ਬੇਟੇ ਕਰਨ ਕਮਲ ਉਹ ਇੱਥੇ ਨੇ ਤੇ ਕ੍ਰਿਸ਼ਨ ਕਮਲ ਉਹ USA। ਸੋ ਇਸ ਤਰ੍ਹਾਂ ਦਾ ਸਾਰਾ ਜਿਹੜਾ ਇਸ ਫਿਲਮ ਦਾ ਕੰਮ ਹੈ, ਇਹਦੀ ਜਿਹੜੀ ਮੁੱਖ ਗੱਲ ਹੈ, ਅਜੀਤ ਪਿਆਸੇ ਨੇ ਜਗਰਾਵਾਂ ਠੰਡੀਆਂ ਛਾਵਾਂ ਕਿਤਾਬ ਲਿਖੀ ਹੈ ਤੇ ਦੂਸਰਾ ਪਾਰਟ ਉਹਦਾ ਲਿਖ ਰਿਹਾ। ਉਹਦੇ ਤੋਂ ਇੱਕ ਇਹ ਹੋਇਆ ਕਿ ਸ਼ਹਿਰ ਵਿੱਚ ਰਹਿਣ ਵਾਲਿਆਂ ਨੂੰ, ਜਾਂ ਜਿਹੜੇ ਸ਼ਹਿਰ 'ਚ ਰਹਿ ਕੇ ਚਲੇ ਵੀ ਗਏ, ਜੋ ਉਹਨਾਂ ਨੇ ਮਹਿਸੂਸ ਕੀਤਾ ਇੱਥੇ, ਜੋ ਇੱਥੋਂ ਮੁਹੱਬਤ ਪਿਆਰ ਇਕੱਠਾ ਕੀਤਾ, ਉਹ ਅਸੀਂ ਸਾਰਿਆਂ ਨਾਲ ਸਾਂਝਾ ਕਰੀਏ ਅਤੇ ਇਹਨਾਂ ਗੱਲਾਂ ਵਿੱਚੋਂ ਕੁਝ ਸਿੱਖੀਏ। ਕਿਉਂਕਿ ਇਸ ਜੱਗ 'ਤੇ ਰਹਿਣ ਲਈ ਜਗਰਾਵਾਂ ਜਿਹੜੀਆਂ ਹੈਗੀਆਂ, ਇਹ ਸਾਨੂੰ ਪ੍ਰੇਰਨਾ ਦਿੰਦੀ ਜੱਗ 'ਤੇ ਰਹਿਣ ਲਈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਦਰਸ਼ਨ ਪਾਈ। ਸੋ ਇਸ ਕਰਕੇ ਇਹ ਜਿਹੜੀ ਇੱਕ ਕਿਸਮ ਦੀ ਸੇਵਾ ਹੈ, ਜਿਵੇਂ ਜਿੰਨੀਆਂ ਸੇਵਾਵਾਂ ਸੀ ਸਾਡੇ ਜੁਮੇ ਲੱਗੀਆਂ ਸੀ। ਭਗਤ ਸਿੰਘ ਪਾਰਕ, ਸ਼ਹੀਦ ਭਗਤ ਸਿੰਘ ਨਾਮ ਦੇ ਪਾਰਕ ਬਣੀ ਹੋਈ ਰਾਏਕੋਟ ਰੋਡ 'ਤੇ, ਉੱਥੇ ਬਹੁਤ ਗੰਦਗੀ ਸੀ, ਉਹ ਸਾਰਿਆਂ ਨੇ ਰਲ ਕੇ ਚਕਵਾ ਕੇ ਉੱਥੋਂ ਉਹਨੂੰ ਉੱਥੇ ਇੱਕ ਆਡੀਟੋਰੀਅਮ ਦਾ ਨਿਰਮਾਣ ਕੀਤਾ ਗਿਆ। ਇਸੇ ਤਰ੍ਹਾਂ ਸਾਡੇ ਹੋਰ ਸੁਪਨੇ ਸੀ, ਇੱਕ ਤਲਾਅ ਸੀ ਰਾਏਕੋਟ ਰੋਡ 'ਤੇ, ਉੱਥੇ ਸੀ। ਇਸ ਤੋਂ ਇਲਾਵਾ ਜਿਹੜੇ ਮਹਾਂਪੁਰਸ਼ਾਂ ਨਾਲ ਅਸੀਂ ਸੰਗਤਾਂ ਕੀਤੀਆਂ, ਬਾਬਾ ਹਰਕੇਵਲ ਸਿੰਘ ਜੀ ਪਿੰਡ ਬੌਲਿਆਂ ਦੇ, ਅਸੀਂ ਇਹ ਸੰਗਤਾਂ ਜਿਹੜੀਆਂ ਉਹਨਾਂ ਤੋਂ ਜੋ ਸਪਿਰਚੁਅਲਿਜ਼ਮ ਅਤੇ ਜਾਂ ਹੋਰ ਜਿਹੜਾ ਡੂੰਘੀਆਂ ਜਿਹੜੀਆਂ ਵਿਚਾਰਾਂ ਉਹਨਾਂ ਤੋਂ ਸਿੱਖੀਆਂ ਉਹਨਾਂ ਦੀ ਸੰਗਤ 'ਚੋਂ, ਅਤੇ ਅਸੀਂ ਇਕੱਠਿਆਂ, ਮੈਂ ਅਤੇ ਬਲਦੇਵ ਗਿੱਲ, ਕਿਉਂਕਿ ਅਸੀਂ ਗੁਰ ਭਾਈ ਵੀ ਹਾਂ, ਇਹਨਾਂ ਦੇ ਬਲਦੇਵ ਗਿੱਲ ਉਹਨਾਂ ਦੇ ਘਰੇ ਉਹ ਮਹਾਂਪੁਰਸ਼ ਆਉਂਦੇ ਸਨ। ਕਾਫੀ ਦੇਰ ਤੱਕ, ਪੂਰੀ ਰਾਤ ਤੱਕ ਸੰਗਤ ਹੁੰਦੀ ਸੀ। ਇਸੇ ਤਰ੍ਹਾਂ ਪਵਨ ਕਾਲੀਆ ਕੋਲੇ ਅਤੇ ਇਸੇ ਤਰ੍ਹਾਂ ਦਲੀਪ ਸਿੰਘ ਟਰਾਲੀਆਂ ਵਾਲੇ ਸੀ ਉਹਨਾਂ ਕੋਲੇ। ਸੋ ਇਹ ਇੱਕ
ਵੱਡੀ ਗੱਲ ਸੀ ਕਿ ਅਸੀਂ ਸੋਸ਼ਲ ਵਰਕਰ ਵੀ ਸੀ, ਅਸੀਂ ਕਮਿਊਨਿਜ਼ਮ ਬਾਰੇ ਵੀ ਗੱਲਾਂ ਕਰਦੇ ਸੀ, ਪਰ ਨਾਲ ਜਿੱਥੇ ਕਿ ਸਮਾਜ ਖੜਾ ਹੈ ਉਹਦੇ ਨਾਲ ਤੁਰ ਕੇ ਵੀ ਅਸੀਂ ਆਪਣਾ ਸਫ਼ਰ ਤੈਅ ਕਰਨਾ ਸੀ। ਇਸ ਤੋਂ ਇਲਾਵਾ ਇਸ ਸ਼ਹਿਰ ਦੇ ਜਿਹੜੇ ਬਹੁਤ ਨਜ਼ਦੀਕੀ ਸਾਡੇ ਪਿਆਰੇ ਮਿੱਤਰ ਜਿਹੜੇ ਮੈਨੂੰ ਆਮ ਕਰਕੇ ਕਹਿੰਦੇ ਸੀ ਤੂੰ ਸਾਡਾ ਯਾਰ ਹੈ, ਬਾਬਾ ਮੈਂਗਲ ਸਿੰਘ ਜੀ। ਇਸ ਤੋਂ ਬਹੁਤ ਗੁਪਤ ਰਹਿਣ ਵਾਲੇ ਪਹੁੰਚੇ ਹੋਏ ਮਹਾਂਪੁਰਸ਼ ਜਿਹੜੇ ਸਨ ਉਹ ਸਨ ਮੁਕੰਦ ਜੀ, ਬਾਬਾ ਮੁਕੰਦ ਜੀ। ਉਹਨਾਂ ਦੀ ਜਗ੍ਹਾ 'ਤੇ ਹੁਣ ਬਾਬਾ ਨਿਰਮਲ ਸਿੰਘ ਜੀ ਬੈਠੇ ਨੇ ਡੇਰੇ ਵਿੱਚ। ਤੋ ਰਜਿੰਦਰ ਸਿੰਘ ਰਾਏਕੋਟ ਅੱਡੇ ਵਾਲੇ ਜਿਹੜੇ ਕਿ ਕਿਰਪਾਲ ਸਿੰਘ ਪੇਟੀਆਂ ਵਾਲੇ ਉਹਨਾਂ ਦੇ ਲੜਕੇ, ਉਹਨਾਂ ਨੇ ਵੀ ਸਾਡੇ ਨਾਲ ਉਮੀਦ ਕਲੱਬ ਵਿੱਚ ਸ਼ਮੂਲੀਅਤ ਕਰਕੇ ਕਾਫੀ ਕੰਮ ਕੀਤਾ। ਇਸੇ ਤਰ੍ਹਾਂ ਹੋਰ ਸੱਜਣ ਮਿੱਤਰ ਜਿਨ੍ਹਾਂ ਦਾ ਨਾਂ ਵਿਸਰ ਗਿਆ ਹੋਵੇ, ਉਹਨਾਂ ਤੋਂ ਖਿਮਾ ਦੀ ਰਚਨਾ ਰੋਸ਼ਨੀ ਦਾ ਮੇਲਾ ਜਿਹੜਾ ਲੱਗਦਾ ਹੈ, ਇਹ ਮੋਹਕਮਦੀਨ ਦੀ ਖਾਨਗਾਹ 'ਚ ਲੱਗਦਾ ਹੈ, ਪਰ ਉੱਥੇ ਸਰਕਸਾਂ ਲੱਗਦੀਆਂ ਸਨ ਪਹਿਲਾਂ, ਹੁਣ ਸਾਰੀਆਂ ਥਾਵਾਂ ਉਹ ਪੂਰੀਆਂ ਗਈਆਂ। ਮਤਲਬ ਕਿ ਉੱਥੇ ਮਕਾਨ ਪੈ ਗਏ, ਉੱਥੇ ਦੁਕਾਨਾਂ ਪੈ ਗਈਆਂ, ਮਾਰਕੀਟਾਂ ਬਣ ਗਈਆਂ। ਸੋ ਜਗਰਾਵਾਂ ਠੰਡੀਆਂ ਛਾਵਾਂ, ਇਹ ਜਿੱਥੇ ਅਸੀਂ ਪੈਦਾ ਹੋਏ, ਖੇਡੇ, ਜੰਮੇ ਪਲੇ, ਉਸ ਮਿੱਟੀ ਨੂੰ ਯਾਦ ਕਰਦੇ ਹਾਂ, ਉੱਥੋਂ ਦੀ ਹਵਾ ਦਾ ਜੋ ਨਿੱਘ ਮਾਣਦੇ ਹਾਂ, ਅੱਜ ਇਹ ਗੱਲ ਕੀਤੀ ਜਾ ਰਹੀ ਹੈ। ਸੋ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਤੋਂ ਖਿਮਾ ਦਾ ਜਾ ਚੁੱਕਿਆ ਜੇ ਕੋਈ ਗੱਲ ਇਸ ਤਰ੍ਹਾਂ ਦੀ ਕੀਤੀ ਗਈ ਹੋਵੇ। ਪਰ ਅੰਤ ਵਿੱਚ ਫਿਰ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਥੇ ਰਹਿ ਕੇ ਸੰਘਰਸ਼ ਨਾਲ ਜਿਉਂ ਕਿ ਇਸ ਵਿੱਚ ਕੋਈ ਤਬਦੀਲੀਆਂ ਕਰਨ ਦੀ ਜੋ ਵਿਧੀ ਹੈ ਉਹ ਹੈ ਇਹ ਜੱਗ 'ਤੇ ਰਹਿਣਾ। ਤੇ ਰਹਿਣਾ ਕਿਵੇਂ ਹੈ? ਪੂਰੀ ਅਣਖ ਨਾਲ, ਸ਼ਾਨ ਨਾਲ ਤੇ ਸੱਚੇ ਦਿਲ ਨਾਲ, ਸੱਚ ਲਈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਤੋ ਸੱਚੋ ਹੋਵੇ ਸਭ ਕੋ, ਉੱਪਰ ਸੱਚ ਅਚਾਰ। ਤੋ ਜਿਨ੍ਹਾਂ ਕੋਲੇ, ਜਿਨ੍ਹਾਂ ਦੇ ਪੱਲੇ ਇਹ ਪ੍ਰੇਮ ਹੈ, ਇਹ ਮੁਹੱਬਤ ਹੈ, ਇਹ ਸਿਦਕ ਹੈ, ਉਹ ਉਹਨਾਂ ਨੂੰ ਕਹਿ ਸਕਦੇ ਹਾਂ ਜਗਰਾਵਾਂ। ਉਹ ਜੱਗ 'ਤੇ ਰਹਿਣਾ ਚਾਹੁੰਦੇ ਨੇ ਤੇ ਉਹ ਸਦਾ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਲਾਲਾ ਲਾਜਪਤ ਪਾ ਸ਼ਹੀਦੀ, ਜਗਰਾਉਂ ਦਾ ਨਾਂ ਰੁਸ਼ਨਾਇਆ। ਕਈ ਐਕਟਰਾਂ, ਕਹਾਣੀਕਾਰਾਂ, ਫਿਲਮਾਂ ਵਿੱਚ ਨਾਂ ਕਮਾਇਆ। ਹੋ ਬੱਲੇ ਬੱਲੇ ਗੁਰੂ ਨਾਨਕ ਦੀ ਤਸਵੀਰ ਬਣਾ ਕੇ, ਗੁਰੂ ਨਾਨਕ ਦੀ ਤਸਵੀਰ ਬਣਾ ਕੇ, ਭਗਤ ਸਿੰਘ ਸੀ ਜਗ ਤੇ ਛਾਇਆ। ਬਾਬਾ ਨੰਦ ਸਿੰਘ ਨੇ ਤਸਵੀਰ ਬਣਵਾਈ, ਜਾਣੇ ਕੁੱਲ ਜ਼ਮਾਨਾ। ਜਗਰਾਵਾਂ ਠੰਡੀਆਂ ਛਾਵਾਂ, ਅਜੀਤ ਪਿਆਸੇ ਲਿਖਿਆ ਏ ਅਫਸਾਨਾ, ਅਜੀਤ ਪਿਆਸੇ ਲਿਖਿਆ ਏ ਅਫਸਾਨਾ। ਆਰੀ 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 ਵਿੱਚ ਜਗਰਾਵਾਂ ਦੇ, ਦੋ ਕਾਲਜ ਵੱਡੇ ਪਾਰੇ ਵਿੱਚ ਜਗਰਾਵਾਂ ਦੇ। मैं करण कमल, मैं जगराਉਂ जम्मिया ते मैनूं बड़ी खुशी है कि मैं जगराਉਂ दे कुछ गल्लां कहणियां चाहना जगराਉਂ दे बारे च। ते जगराਉਂ इज अ ब्यूटीफुल, जगरावां ठंडियां छावां। एंड मेरी वाइफ शिल्पा सिंधिया ये बॉम्बे तो हैगी है ते ਅਸੀਂ जगराਉਂ 'ਚ रहने हैं ते बहुत इंजॉय करते हैं जगराਉਂ ਨੂੰ। शिल्पा ਸਾਨੂੰ ਬਹੁਤ ਚੰਗਾ ਲੱਗਾ ਜਗਰਾਉਂ। ਮੈਂ ਬੰਬੇ ਤੋਂ ਆਈ ਹਾਂ ਬਟ ਮੇਰੇ ਦਿਲੋਂ ਬਹੁਤ ਕਰੀਬ ਹੈ ਬਿਕੋਜ਼ ਮੇਰੇ ਸਹੁਰੇ ਉੱਥੇ ਨੇ। ਸੋ ਇਟਸ ਅ ਵੈਰੀ ਵੈਰੀ ਕਲੋਜ਼ ਬੌਂਡ ਵਿਦ ਜਗਰਾਉਂ ਐਂਡ ਆਈ ਐਮ ਸ਼ੋਰ ਦੈਟ ਇਟਸ ਗੋਇੰਗ ਟੂ ਬੀ always going to be very close to कमल स्टूडियोज, कृष्ण कमल जी मेरे फादर साहब, बड़ी नोन पर्सनैलिटी फोटोग्राफी के फील्ड में, जो कि हुण यूएस के अजकल स्टूडियो फोटोग्राफी कर रहे हैं। बाकी मैं
ਉਹਨਾਂ ਦੇ ਬਿਹਾਫ ਤੇ ਕਮਲ ਸਟੂਡੀਓਜ਼ ਤੋਂ ਸਾਰਾ ਇੰਡੀਆ, ਯੂਰਪ, ਅਮਰੀਕਾ, ਕੈਨੇਡਾ ਅਸੀਂ ਸਾਰਾ ਕਵਰ ਕਰ ਰਹੇ ਹਾਂ ਤੇ ਸਾਰਾ ਮੈਨੂੰ ਜਗਰਾਉਂ ਵੱਲੋਂ ਹੀ ਮਿਲਿਆ ਐਂਡ ਆਮ ਸੋ ਅਮੇਜ਼ਡ ਵਿਦ ਦੈਟ। ਥੈਂਕ ਯੂ ਜਗਰਾਵਾਂ ਨੂੰ, ਸਾਰਿਆਂ ਨੂੰ ਬਹੁਤ ਸਾਰਾ ਪਿਆਰ। ਜਗਰਾਵਾਂ ਠੰਡੀਆਂ ਛਾਵਾਂ। ਜਲੰਧਰ ਟੀਵੀ ਹਰਜੀਤ ਨੇ ਬਾਬਾ ਗਣੀ ਡਰਾਮਾ ਬਣਾਇਆ ਔਰ ਕਲੱਬ ਮੋਹਨ ਲਾਲ ਜੀ ਵੱਡੀ ਸਰਾਂ ਦੇ ਵਿੱਚ ਦਿਖਾਇਆ। ਲਾਈਟ ਸਾਊਂਡ ਪ੍ਰੋਗਰਾਮ ਨੂੰ, ਲਾਈਟ ਸਾਊਂਡ ਪ੍ਰੋਗਰਾਮ ਨੂੰ ਜਗ ਚਾਵਾਂ ਨਾਲ ਦੇਖਣ ਆਇਆ। ਆਲਮ ਸਦਾਈ ਯਾਦ ਕਰੂਗਾ ਜਗਰਾਵਾਂ ਦਾ ਤਰਾਨਾ। ਜਗਰਾਵਾਂ ਠੰਡੀਆਂ ਛਾਵਾਂ, ਅਜੀਤ ਪਿਆਸੇ ਲਿਖਿਆ ਏ ਅਫਸਾਨਾ, ਅਜੀਤ ਪਿਆਸੇ ਲਿਖਿਆ ਏ ਅਫਸਾਨਾ। ਸਾਡੇ ਬਹੁਤ ਅਜ਼ੀਜ਼ ਅਜੀਤ ਪਿਆਸਾ ਜੀ ਨੇ ਜਗਰਾਵਾਂ ਠੰਡੀਆਂ ਛਾਵਾਂ ਦੇ ਨਾਂ ਤੇ ਇੱਕ ਕਿਤਾਬ ਲਿਖੀ ਹੈ, ਜਿਹੜੀ ਕਿ ਪੜ੍ਹਨ ਦੇ ਵਿੱਚ ਉੱਦਾਂ ਹੀ ਹੈ ਜਿੱਦਾਂ ਕਿ ਜਗਰਾਵਾਂ। ਬਹੁਤ ਅੱਛੀ ਇਹਨਾਂ ਦੀ ਰਾਈਟਿੰਗ ਹੈ, ਬਹੁਤ ਵਧੀਆ ਇਹਨਾਂ ਨੇ ਅਲਫਾਜ਼ ਇਹਦੇ 'ਚ ਯੂਜ਼ ਕੀਤੇ ਆ ਤੇ ਆਪ ਵੀ ਇਹ ਬਹੁਤ ਵਧੀਆ ਇਨਸਾਨ ਨੇ। ਥੈਂਕ ਯੂ। ਸਾਡੇ ਬਹੁਤ ਹੀ ਸਤਿਕਾਰਯੋਗ, ਸਾਡੇ ਸ਼ਹਿਰ ਦੇ ਬਹੁਤ ਹੀ ਉੱਘੇ ਤੇ ਸੂਝਵਾਨ ਲੇਖਕ ਅਜੀਤ ਪਿਆਸਾ ਜੀ ਨੇ ਜੋ ਕਿਤਾਬ ਲਿਖੀ ਹੈ ਜਗਰਾਵਾਂ ਠੰਡੀਆਂ ਛਾਵਾਂ, ਉਸ ਕਿਤਾਬ ਨੂੰ ਪੜ੍ਹ ਕੇ ਬਹੁਤ ਮਨ ਖੁਸ਼ ਹੋਇਆ। ਇਹਨਾਂ ਨੇ ਜਗਰਾਵਾਂ ਦਾ ਸਾਰਾ ਪੁਰਾਤਨ ਇਤਿਹਾਸ ਇਸ ਦੇ ਵਿੱਚ ਲਿਖਿਆ ਹੈ, ਜਿਸ ਵਿੱਚ ਇਹਨਾਂ ਨੇ ਪੀਰ ਮੁਕਮਦੀਨ ਜੀ, ਬਾਬਾ ਨੰਦ ਸਿੰਘ ਜੀ ਜਾਂ ਪੀਰ ਲੱਪੇ ਸ਼ਾਹ ਜੀ, ਜੋ ਵੀ ਇੱਥੇ ਮਹਾਨ ਸ਼ਖਸੀਅਤਾਂ ਹੋਈਆਂ ਨੇ, ਉਹਨਾਂ ਦੀ ਰਹਿਮਤ ਸਦਕੇ ਜੋ ਜਗਰਾਉਂ ਦੇ ਲੋਕ ਅੱਜ ਧਾਰਮਿਕ ਤੌਰ ਤੇ ਔਰ ਨੈਤਿਕ ਤੌਰ ਤੇ ਔਰ ਸਮਾਜਿਕ ਤੌਰ ਤੇ ਜੋ ਇਕੱਠੇ ਹਨ, ਉਹ ਸਭ ਇਹਨਾਂ ਪੀਰਾਂ ਤੇ ਗੁਰੂਆਂ ਦੀ ਕਿਰਪਾ ਦੇ ਨਾਲ ਭਗਤੀ ਭਾਵਨਾ ਦੇ ਵਿੱਚ ਡੁੱਬੇ ਹੋਏ ਹਨ, ਇੱਕ ਦੂਸਰੇ ਦੀ ਬਹੁਤ ਮਦਦ ਕਰਦੇ ਹਨ ਤੇ ਚੰਗੀਆਂ ਨੇਕ ਰੂਹਾਂ ਜੋ ਇੱਥੇ ਪੈਦਾ ਹੋਈਆਂ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਗਰਾਉਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਤੇ ਇਸ ਕਿਤਾਬ ਨੂੰ ਪੜ੍ਹ ਕੇ ਬਹੁਤ ਹੀ ਮਨ ਖੁਸ਼ ਹੋਇਆ ਵੀ ਕਿਸੇ ਸਾਡੇ ਜਗਰਾਉਂ ਦੇ ਹੀ ਹੋਣਹਾਰ ਲੇਖਕ ਨੇ ਇਸ ਨੂੰ ਇੰਨੇ ਵਧੀਆ ਔਰ ਬੜੇ ਸੂਝਵਾਨ ਢੰਗ ਨਾਲ ਲਿਖਿਆ ਹੈ, ਜਿਸ ਦੇ ਨਾਲ ਸਾਨੂੰ ਜਗਰਾਉਂ ਦੀ ਮਹਾਨਤਾ ਦਾ ਪਤਾ ਲੱਗਿਆ, ਨਹੀਂ ਤਾਂ ਅਸੀਂ ਸ਼ਾਇਦ ਇਸ ਤੋਂ ਵਾਂਝੇ ਹੀ ਰਹਿ ਜਾਂਦੇ। ਸਾਡੇ ਜੋ ਪੁਰਖਾਂ ਨੇ ਜੋ ਇਹਦੀ ਦੇਣ ਹੈ, ਪੁਰਖਾਂ ਦੀ ਜੋ ਇੱਥੋਂ ਦੀ ਮਹਾਤਮਾਵਾਂ ਦੀ ਦੇਣ ਹੈ, ਜੋ ਵਧੀਆ ਨੇਕ ਰੂਹਾਂ ਦੀ ਇਹ ਦੇਣ ਹੈ, ਉਸ ਨੂੰ ਜਗਰਾਉਂ ਦੀ ਧਰਤੀ ਬਹੁਤ ਹੀ ਭਾਗਵਾਨ ਹੈ ਜੋ ਕਿ ਚੰਗੇ ਕਰਮ ਹਨ ਸਾਡੇ ਕਿ ਜਗਰਾਉਂ ਦੇ ਵਿੱਚ ਸਾਨੂੰ ਪੈਦਾ ਹੋਣ ਦਾ ਮੌਕਾ ਮਿਲਿਆ। ਅਸੀਂ ਸਾਡਾ ਕਰਮ ਖੇਤਰ ਇਹ ਹੈ ਤੇ ਬਹੁਤ ਹੀ ਮੈਂ ਵਧਾਈ ਦਿੰਦਾ ਹਾਂ ਅਜੀਤ ਪਿਆਸਾ ਜੀ ਨੂੰ ਵੀ ਉਹਨਾਂ ਦੀ ਇਸ ਰਚਨਾ ਦੇ ਉੱਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਪਰਮਾਤਮਾ ਹਮੇਸ਼ਾ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਨੰਦ ਸਿੰਘ ਜੀ ਉਹਨਾਂ ਤੇ ਆਪਣੀ ਹਮੇਸ਼ਾ ਕਿਰਪਾ ਬਣਾਈ। ਧੰਨਵਾਦ। ਗੱਲ ਫਖਰ ਵਾਲੀ ਹੈ, ਜਗਰਾਉਂ 'ਚ ਜੰਮਣਾ ਕੋਈ ਭਾਗਾਂ ਵਾਲੇ ਲੋਕਾਂ ਨੂੰ ਨਸੀਬ ਹੁੰਦਾ ਹੈ ਤੇ ਉੱਤੋਂ ਜਦੋਂ ਜਗਰਾਉਂ ਦੇ ਵਿੱਚ ਜੰਮਿਆ ਮੈਨੂੰ ਵਿਹੜਾ ਮਿਲਿਆ ਪ੍ਰੋਫੈਸਰ ਮੋਹਨ ਲਾਲ ਸ਼ਰਮਾ ਹੋਰਾਂ ਦਾ, ਜਿਨ੍ਹਾਂ ਦਾ ਨਾਮ ਹੀ ਕਾਫੀ ਹੈ। ਮੈਂ ਜਗਰਾਉਂ ਦੇ ਵਿੱਚ ਉਹਨਾਂ ਦੇ ਨਾਮ ਦੀ ਖੱਟੀ ਅੱਜ ਤੱਕ ਖਾ ਰਿਹਾ। ਇਹੀ ਕਾਰਨ ਹੈ ਕਿ ਬਾਵਜੂਦ ਇਸ ਦੇ ਕਿ ਜਿੰਨਾ ਵੀ ਮੇਰਾ ਕਾਰੋਬਾਰ ਹੈ, ਜਿੰਨਾ ਵੀ ਮੇਰਾ ਨੌਕਰੀ ਬਿਜ਼ਨਸ ਜੋ ਕੁਝ ਵੀ ਹੈਗਾ, ਉਹਦਾ ਜਗਰਾਉਂ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ, ਪਰ ਫਿਰ ਵੀ ਜਗਰਾਉਂ ਨਹੀਂ ਛੁੱਟਦਾ। ਪਤਾ ਨਹੀਂ ਕੀ ਖਿੱਚ ਹੈ ਇਸ ਜਗਰਾਉਂ ਦੇ ਵਿੱਚ। ਮੈਂ ਇੱਕ ਤਰੀਕੇ ਨਾਲ ਇਹ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਮੇਰੇ ਜਗਰਾਨਵੀ ਹੋਣ ਦੇ ਘਮੰਡ ਨੂੰ ਹੋਰ ਦੂਣਾ ਚੌਗਣਾ ਕਰਦੀ ਹੈ। ਇਸ ਤੋਂ ਇਲਾਵਾ ਇਕੱਲਾ ਮੈਂ ਹੀ ਨਹੀਂ, ਕਿਉਂਕਿ ਮੇਰਾ ਜੋ ਕਾਰੋਬਾਰ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਮੈਨੂੰ ਵਿਦੇਸ਼ ਦੇ ਲੋਕਾਂ ਦੇ ਨਾਲ ਰਾਬਤਾ ਰੱਖਣਾ ਪੈਂਦਾ। ਮੇਰਾ ਇੱਕ ਮਿੱਤਰ ਜੋ ਅਮਰੀਕਾ ਤੋਂ ਆਇਆ ਹੋਇਆ ਹੈ, ਉਹਨੂੰ ਵੀ ਇੱਥੇ ਰਹਿਣਾ ਬਹੁਤ ਚੰਗਾ ਲੱਗਦਾ ਹੈ। ਬਹੁਤ ਸਾਰੇ ਆਪਸ਼ਨ ਹੈਗੇ ਆ ਕਿ ਲੁਧਿਆਣੇ ਵੀ ਰਿਹਾ ਜਾ ਸਕਦਾ ਹੈ, ਪਰ ਹਰ ਵਾਰ ਜਦੋਂ ਮੇਰੇ ਕੋਲੇ ਆਉਂਦਾ ਹੈ ਪੰਜਾਬ ਘੁੰਮਣ ਦੇ ਲਈ, ਉਹਦੀ ਪ੍ਰੈਫਰੈਂਸ ਹੁੰਦੀ ਹੈ ਵੀ ਮੈਂ ਜਗਰਾਉਂ ਦੇ ਵਿੱਚ ਆਪਦਾ ਡੇਰਾ ਲਗਾਵਾਂ ਤਾਂ ਕਿ ਹਰ ਰੋਜ਼ ਸ਼ਾਮ ਨੂੰ ਮੇਰੇ ਘਰ ਦੇ ਵਿੱਚ ਆ ਕੇ ਮੇਰੇ ਪਰਿਵਾਰ ਦੇ ਨਾਲ ਬੈਠ ਕੇ ਕੁਝ ਗੱਲਾਂ ਸਾਂਝੀਆਂ ਕਰ ਸਕੇ। ਤੇ ਨਾਮ ਮੇਰੇ ਮਿੱਤਰ ਦਾ ਹੈ ਮਾਈਕਲ। Jagrao has a very big, cool shout-outs. Very wonderful people, great city,
and wonderful fruits. Yeah, I like Jagraon very much. Nice people. Good shoes. Jutis are very nice also. Jagraon is a very big, cool shops. Bulesh Sharma is my nearest friend in Jagraon as well. Very good family, awesome people. Jagrama and the Egg Tama. ਲੋਕੋਂ ਅਗਵਾੜ ਦੀ ਧਰਤੀ ਬਾਬਾ ਨੰਦ ਸਿੰਘ ਠਾਠ ਟਿਕਾਇਆ ਨਾਨਕ ਸਰ ਭਗਤੀ ਦਾ ਕਰ ਬਾਬਾ ਈਸ਼ਰ ਸਿੰਘ ਬਣਾਇਆ ਜਗਰਾਉਂ ਦੀ ਧਰਤੀ ਕਰਮਾਂ ਵਾਲੀ ਜਗਰਾਉਂ ਦੀ ਧਰਤੀ ਕਰਮਾਂ ਵਾਲੀ ਜਿੱਥੇ ਨਾਨਕ ਚਰਨ ਛੂਹਾਇਆ ਆਲਮ ਤਾਰੇ ਦਾ ਜਨਮ ਦਿਹਾੜਾ ਵਾਹਿਗੁਰੂ ਜਪਨ ਜਪਾਣਾ ਜਗਰਾਵਾਂ ਠੰਡੀਆਂ ਛਾਵਾਂ ਅਜੀਤ ਪਿਆਸੇ ਲਿਖਿਆ ਏ ਅਫਸਾਨਾ ਅਜੀਤ ਪਿਆਸੇ ਲਿਖਿਆ ਏ ਅਫਸਾਨਾ ਆਰੀ 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 ਵਿੱਚ ਜਗਰਾਵਾਂ ਦੇ ਮੰਡੀਆਂ ਲੱਗਣ ਪਾਰੀ ਵਿੱਚ ਜਗਰਾਵਾਂ ਦੇ ਜਗਰਾਵਾਂ ਠੰਡੀਆਂ ਛਾਵਾਂ ਅਜੀਤ ਪਿਆਸੇ ਲਿਖਿਆ ਏ ਅਫਸਾਨਾ ਅਜੀਤ ਪਿਆਸੇ ਲਿਖਿਆ ਏ ਅਫਸਾਨਾ ਅਜੀਤ ਪਿਆਸੇ ਲਿਖਿਆ ਏ ਅਫਸਾਨਾ ਜਿਹੜੀ ਫਿਲਮ ਜਗਰਾਉਂ ਸ਼ਹਿਰ ਦੇ ਉੱਤੇ ਜਗਰਾਵਾਂ ਠੰਡੀਆਂ ਛਾਵਾਂ ਬਣ ਰਹੀ ਹੈ ਕਿਉਂਕਿ ਉਹ ਬਣਦੇ ਹੁਣ 2020 ਚੜ ਗਏ 2020 ਦੇ ਵਿੱਚ ਸਾਨੂੰ ਪ੍ਰਮਾਤਮਾ ਨੇ ਇੱਕ ਮੈਸੇਜ ਭੇਜਿਆ ਉਹ ਮੈਸੇਜ ਕਰੋਨਾ ਨਾਮ ਦੀ ਇੱਕ ਬਿਮਾਰੀ ਦੇ ਰੂਪ ਭੇਜਿਆ ਇਸ ਨੂੰ ਅਸੀਂ ਪੋਜ਼ਿਟਿਵਲੀ ਜਦੋਂ ਲਵਾਂਗੇ ਤਾਂ ਇਹ ਸਾਡੇ ਲਈ ਮੈਸੇਜ ਹੈ ਕਿ ਅਸੀਂ ਕੁਛ ਨਾ ਕੁਛ ਗਲਤੀਆਂ ਕੀਤੀਆਂ ਧਰਤੀ ਨੂੰ ਖਰਾਬ ਕੀਤਾ ਪਾਣੀ ਨੂੰ ਖਰਾਬ ਕੀਤਾ ਹਾਂਜੀ ਅਸੀਂ ਅਸਮਾਨ ਤੇ ਵੀ ਜਾ ਚੜੇ ਅਸੀਂ ਚੰਦਰਮਾ ਨੂੰ ਫੋਲਿਆ ਜਾ ਕੇ ਅਸੀਂ ਮੰਗਲ ਗ੍ਰਹਿ ਤੇ ਵੀ ਕੋਠੀਆਂ ਪਾਉਣ ਦੀ ਸਕੀਮ ਬਣਾਈ ਸੋ ਇਹ ਸਾਰਾ ਕੁਛ ਅਸੀਂ ਜੋ ਕੀਤਾ ਨੇਚਰ ਨੂੰ ਅਸੀਂ ਛੋਟਾ ਸਮਝਿਆ ਅਸੀਂ ਕੁਛ ਵੱਡੇ ਬਣ ਗਏ ਜ਼ਿਆਦਾ ਜਹਾਜ਼ਾਂ 'ਚ ਉੱਡਣ ਲੱਗ ਗਏ ਤੇ ਸੋਚਿਆ ਪਤਾ ਨਹੀਂ ਕੀ ਕਰ ਲਿਆ ਸੋ ਅਸੀਂ ਅੱਜ ਸਾਡੇ ਜਹਾਜ਼ ਵੀ ਬੰਦ ਹੈ ਸਾਡੀਆਂ ਰੇਲਾਂ ਵੀ ਬੰਦ ਹੈ ਅਸੀਂ ਬੈਠੇ ਹਾਂ ਘਰਾਂ 'ਚ ਔਰ ਕੋਈ ਐਸੀ ਚੀਜ਼ ਨਹੀਂ ਹੈ ਕਰੋਨਾ ਜਿਹੜੀ ਬਾਹਰ ਤੁਰੀ ਫਿਰਦੀ ਤੁਹਾਨੂੰ ਫੜ ਲੈਂਦੀ ਜਾ ਕੇ ਕੋਈ ਦਿਸਦਾ ਨਹੀਂ ਹੈ ਉਹ ਪਰ ਦਿਸ ਵੀ ਰਿਹਾ ਕਿਉਂਕਿ ਪ੍ਰਮਾਤਮਾ ਦਾ ਹਰ ਰੂਪ ਜ਼ਾਹਿਰ ਹੈ ਜ਼ਹੂਰ ਹੈ ਹਾਜ਼ਰ ਹੈ ਹਜ਼ੂਰ ਹੈ ਸਰਬ ਕਲਾ ਭਰਪੂਰ ਹੈ ਸੋ ਅਸੀਂ ਉਹਦੇ ਮੈਸੇਜ ਨੂੰ ਜਾਣੀਏ ਤੇ ਸੋ ਇਸ ਯੁੱਗ ਦੇ ਵਿੱਚ ਇਸ ਜੋ ਸਮੇਂ ਦੇ ਵਿੱਚ ਮੇਰਾ ਜਾਂ ਸਾਡਾ ਸਾਰਿਆਂ ਦਾ ਜਿੰਨੇ ਬੰਦਿਆਂ ਨੇ ਅਸੀਂ ਰਲ ਕੇ ਕੰਮ ਕੀਤਾ ਸਾਰਿਆਂ ਦਾ ਹੀ ਮੈਸੇਜ ਹੈ ਕਿ ਅਸੀਂ ਝੂਠ ਨੂੰ ਪਛਾੜੀਏ ਜਿਹੜੇ ਚੰਗੇ ਲੀਡਰ ਹੈ ਜਿਵੇਂ ਤੁਹਾਡੇ ਸਾਹਮਣੇ ਕੇਜਰੀਵਾਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਬਹੁਤ ਵੱਡੀ ਗੱਲ ਹੋਵੇਗੀ ਜੇ ਅਸੀਂ ਕਿਤੇ ਉਹੋ ਜਿਹੇ ਬੰਦਿਆਂ ਨੂੰ ਆਪਣੇ ਆਉਣ ਵਾਲੇ ਸਮੇਂ ਵਿੱਚ ਇਸ ਦੇਸ਼ ਦਾ PM ਬਣਾਈਏ ਤੇ ਉਹਨਾਂ ਤੋਂ ਚੰਗੀ ਕੰਮਾਂ ਨੂੰ ਦੇਖ ਕੇ ਚੰਗੀ ਆਸ ਰੱਖੀਏ ਤੇ ਉਹਨਾਂ ਨੂੰ ਵੀ ਕਹੀਏ ਕਿ ਤੁਸੀਂ ਆਪਣੇ ਵਾਅਦੇ ਤੇ ਪੱਕੇ ਰਹੋ ਪਰ ਵਾਅਦਾ ਜ਼ਰੂਰ ਲਈਏ ਸਾਰਿਆਂ ਤੋਂ ਇਹ ਕਿਉਂਕਿ 70 ਸਾਲਾਂ ਵਿੱਚ ਬਹੁਤ ਕੁੱਟ ਖਾਧੀ ਹੈ ਇਹ ਵਾਅਦਾ ਲਈਏ ਕਿ ਸਾਰੇ ਲੀਡਰ ਪਹਿਲਾਂ ਇਲੈਕਸ਼ਨ ਲੜਨ ਤੋਂ ਲਿਖ ਕੇ ਦੇਣ ਕਿ ਕੱਲ੍ਹ ਨੂੰ ਅਸੀਂ ਕੋਈ ਗਲਤੀ ਕਰੀਏ ਕੋਈ ਵਾਅਦਾ ਕਰੀਏ ਕੋਈ ਲੋਕਾਂ ਦਾ ਨੁਕਸਾਨ ਕਰੀਏ ਤਾਂ ਸਾਨੂੰ ਵੀ ਜਿਵੇਂ ਆਮ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਉਸੇ ਵੇਲੇ ਸਜ਼ਾ ਮਿਲੇ ਬਿਨਾਂ ਕਿਸੇ ਕੇਸ ਤੋਂ ਖਾਸ ਕਰਕੇ ਲੀਡਰਾਂ ਦੇ ਉੱਤੇ ਕੋਈ ਕੇਸ ਕੋਈ ਬਹਿਸ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਤਾਂ ਫਟਾਫਟ ਉਸੇ ਵੇਲੇ ਅੰਦਰ ਸਜ਼ਾ ਹੋਣੀ ਚਾਹੀਦੀ ਫਿਰ ਇਹ ਦੇਸ਼ ਤਰੱਕੀ ਕਰ ਸਕਦਾ ਹੈ ਬੜੇ ਲੋਕਾਂ ਨੇ ਸਲਾਹਾਂ ਦਿੱਤੀਆਂ ਕਿ ਲੀਡਰਾਂ ਨੂੰ ਪਹਿਲਾਂ ਜੀ ਇਹਨਾਂ ਨੂੰ ਮਿਲਟਰੀ ਦੇ ਵਿੱਚ 3 ਸਾਲ ਰੱਖੋ ਕੋਸ਼ਿਸ਼ ਕਰੀ ਜਾਵੇ ਇਹਨਾਂ ਨੂੰ ਇਹ ਸੁਧਰਨ ਵਾਲੀਆਂ ਜਿਹੜੇ ਜਾਨਵਰ ਨਹੀਂ ਹੈ ਇਹ ਸਿਰਫ ਇੱਕੋ ਇੱਕ ਇਲਾਜ ਹੈ ਜੇ ਕਿਸੇ ਨੇ ਲੀਡਰ ਬਣਨਾ ਕੱਲ੍ਹ ਨੂੰ ਸੇਵਾ ਕਰਨੀ ਹੈ ਪਹਿਲਾਂ ਉਹ ਲਿਖ ਕੇ ਦੇਵੇ ਅਗਰ ਮੈਂ ਗਲਤੀ ਕਰੂੰਗਾ ਅਗਰ ਮੈਂ ਕੋਈ ਝੂਠਾ ਵਾਅਦਾ ਕਰੂੰਗਾ ਅਗਰ ਮੈਂ ਝੂਠੀ ਗੱਲ ਬੋਲੂੰਗਾ ਤਾਂ ਮੈਨੂੰ ਆਹ ਸਜ਼ਾ ਦਿੱਤੀ ਜਾਵੇ ਉਹ ਸਜ਼ਾਵਾਂ ਫਿਕਸ ਕੀਤੀਆਂ ਜਾਣ ਉਹਨਾਂ ਦੇ ਉੱਤੇ ਕੋਈ ਕੇਸ ਨਾ ਹੋਵੇ ਕੋਈ ਬਹਿਸ ਨਾ ਹੋਵੇ ਸਿੱਧੇ ਅੰਦਰ ਔਰ ਉਮਰ ਕੈਦ ਦੁਬਾਰਾ ਉਹ ਮੁੜ ਕੇ ਇਲੈਕਸ਼ਨ ਲੜ ਸਕਣ ਮੁੜ ਕੇ ਉਹ ਕੋਈ ਵੀ ਕਿਸੇ ਸਰਕਾਰੀ ਅਦਾਰੇ 'ਚ ਕੰਮ ਨਾ ਕਰ ਸਕਣ ਔਰ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਸੋਸ਼ਲ ਸੋ ਇਹ ਇੱਕ ਇਲਾਜ ਹੈ ਜਿਸ ਇਲਾਜ ਦੇ ਤੋੜ ਦੇ ਨਾਲ ਸਾਰਾ ਦੇਸ਼ ਸੁਧਰ ਸਕਦਾ ਹੈ ਸਾਰੀ ਦੁਨੀਆ ਵੀ ਸੁਧਰ ਸਕਦੀ ਹੈ ਅਸੀਂ ਵੀ ਸਾਰੇ ਸੁਧਰ ਜਾਵਾਂਗੇ ਸਾਰੇ ਸੁਖੀ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ